ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਘਰ ਪਹਿਲਾ। ਕਰਨੀ ਕਾਗਦ ਮਨ ਮਸਵਾਣੀ। ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਈ ਤੂੰ ਚੱਲੀਐ। ਤਉ ਗੁਣ ਨਾਹੀ ਅੰਤ ਹਰੇ। ਕਰਨੀ ਕਾਗਦ ਮਨ ਮਸਵਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਈ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪਹਿਲਾ। ਘਰ ਪਹਿਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਅੰਦਰ ਪਹਿਲੇ ਸੁਰਤਾਲ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਜਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਬਿਰਾਜਿਆ ਕਰਦੇ ਤਾਂ ਹਰ ਰੋਜ਼ ਇਸ ਪਾਵਨ ਸ਼ਬਦ ਦਾ ਕੀਰਤਨ ਕਰਿਆ ਕਰਦੇ ਸਨ। ਇਸੇ ਹੀ ਪਾਵਨ ਸ਼ਬਦ ਨੂੰ ਬੀਬੀ ਅਮਰੋ ਜੀ ਦੀ ਰਸਨਾ ਤੋਂ ਸੁਣ ਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਜਿਨ੍ਹਾਂ ਦੇ ਭਤੀਜੇ ਨਾਲ ਬੀਬੀ ਅਮਰੋ ਜੀ ਵਿਆਹੇ ਹੋਏ ਸਨ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ, ਇਹ ਸ਼ਬਦ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਆ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਧਾਰਨ ਕੀਤਾ ਸੀ। ਇਹ ਸ਼ਬਦ ਨੇ ਸਮਝ ਲਓ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਪਲਟਾ ਦਿੱਤਾ। ਆਓ ਪਿਆਰ ਨਾਲ ਕਥਾ ਸੁਣੋ ਜੀ। ਕਰਨੀ ਕਾਗਦ। ਕਰਨੀ ਕਿਰਿਆ ਕਰਨ ਵਾਲੀ ਦੇ ਇਹ ਕਾਗਜ਼ ਬਣੀ ਹੋਈ ਹੈ। ਮਨ ਮਸਵਾਣੀ। ਸੂਖਮ ਸਰੀਰ ਸਿਆਹੀ ਵਾਲੀ ਦਵਾਤ ਦੀ ਤਰ੍ਹਾਂ ਹੈ। ਬੁਰਾ ਭਲਾ ਦੋਏ ਲੇਖ ਪਏ। ਬੁਰਾ ਮਾੜਾ ਤੇ ਭਲਾ ਚੰਗਾ ਇਹ ਦੋ ਲੇਖ ਪਏ ਹੋਏ ਨੇ, ਜਾਂ ਸਾਰਿਆਂ ਦੇ ਹਿਰਦੇ ਰੂਪ ਕਾਗਜ਼ ਤੇ
ਦੋ ਲੇਖ ਪਏ ਹੋਏ ਹਨ। ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ। ਸੋ ਜਿਵੇਂ ਜਿਵੇਂ ਕੀਤੇ ਹੋਏ ਕਰਮ ਚੰਗੇ ਮੰਦੇ ਸੁਭਾਅ ਵਿੱਚ ਚਲਾਉਂਦੇ ਨੇ, ਤਿਵੇਂ ਜੀਵ ਚੱਲਣਾ ਕਰਦੇ ਹਨ। ਤਾਉ ਗੁਣ ਨਾਹੀ ਅੰਤ ਹਰੇ। ਪਰ ਹੀ ਪਰਮੇਸ਼ਰ ਤੇਰੇ ਗੁਣਾਂ ਦਾ ਅੰਤ ਨਹੀਂ ਆਉਂਦਾ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ। ਇਹ ਕਮਲਿਆ ਪੁਰਖ, ਤੂੰ ਹਿਰਦੇ ਵਿੱਚ ਪਰਮੇਸ਼ਰ ਨੂੰ ਕਿਉਂ ਨਹੀਂ ਚੇਤੇ ਕਰਦਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਯੌਧ ਬੇਹਾਤ ਹੈ, ਫੂਟੇ ਘੜ ਜਿਉ ਪਾਣੀ। ਹਾਰ ਬਿਸਰਤ ਤੇਰੇ ਗੁਣ ਗਲਿਆ। ਹਰੀ ਪਰਮੇਸ਼ਰ ਨੂੰ ਭੁੱਲਣੇ ਕਰਕੇ ਤੇਰੇ ਸ਼ੁਭ ਗੁਣ ਅੰਦਰ ਹੀ ਗਲ ਰਹੇ ਹਨ। ਭਾਵ ਔਗਣ ਵੱਧ ਰਹੇ ਨੇ ਤੇ ਗੁਣ ਘਟ ਰਹੇ ਹਨ। ਇਸੇ ਪ੍ਰਕਾਰ ਹਾਰ ਬਿਸਰਤ ਤੇਰੇ ਗੁਣ ਗਲਿਆ। ਜਿਵੇਂ ਕੁਸੁੰਬੇ ਦੀਆਂ ਰੰਗ ਵਾਲੀਆਂ ਕਲੀਆਂ ਹੁੰਦੀਆਂ ਨੇ, ਜੇਕਰ ਉਹਨਾਂ ਨੂੰ ਬਾਹਰ ਨਾ ਕੱਢੀਏ ਤਾਂ ਅੰਦਰ ਹੀ ਗਲ ਜਾਂਦੀਆਂ ਨੇ। ਇਸੇ ਤਰ੍ਹਾਂ ਵਾਹਿਗੁਰੂ ਨੂੰ ਭੁੱਲਣੇ ਕਰਕੇ ਤੇਰੇ ਅੰਦਰ ਔਗਣ ਪ੍ਰਫੁੱਲਤ ਹੋ ਰਹੇ ਹਨ ਅਤੇ ਸਤ ਸੰਦੋਖ ਦਇਆ ਧਰਮ ਆਦਿ ਗੁਣ ਗਲ ਰਹੇ ਹਨ। ਇਸੇ ਪ੍ਰਕਾਰ ਹਾਰ ਬਿਸਰਤ ਤੇਰੇ ਗੁਣ ਗਲਿਆ। ਇਹ ਭਾਈ, ਜੇਕਰ ਤੂੰ ਹਰੀ ਪਰਮੇਸ਼ਰ ਦੇ ਨਾਲ ਵਿਸ ਵਿਸ਼ੇਸ਼ ਕਰਕੇ ਰਤ ਪ੍ਰੀਤੀ ਕਰੇ ਤਾਂ ਤੇਰੇ ਅੰਦਰ ਹੀ ਸਾਰੇ ਜਿੰਨੇ ਵੀ ਗੁਣ ਵਿਸ਼ੇ ਨੇ ਇਹ ਗਲ ਜਾਣ। ਇਸੇ ਪ੍ਰਕਾਰ ਹਾਰ ਬਿਸਰਤ ਤੇਰੇ ਗੁਣ ਗਲਿਆ। ਇਹ ਭਾਈ, ਹਰੀ ਪਰਮੇਸ਼ਰ ਦੇ ਵਿਸਰਨ ਵਿੱਚ ਵਿਸ਼ੇਸ਼ ਕਰਕੇ ਤੇਰੀ ਪ੍ਰੀਤੀ ਹੈ। ਇਸੇ ਕਰਕੇ ਤੇਰੇ ਗਲਿਆ ਗਲ ਵਿੱਚ ਜਮਾਂ ਦੀ ਗੁਣ ਰਸੀ ਫਾਹੀ ਪੈ ਰਹੀ ਹੈ ਜਾਂ ਤੇਰੇ ਸ਼ੁਭ ਗੁਣ ਗਲ ਰਹੇ ਹਨ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜਾਲੀ ਰੈਨ ਜਾਲ ਦਿਨ ਹੁਆ। ਇਹ ਭਾਈ, ਤੂੰ ਰਾਤ ਨੂੰ ਵਿਕਾਰਾਂ ਰੂਪੀ ਜਾਲੀ ਛੋਟੇ ਜਾਲ ਵਿੱਚ ਫਸਿਆ ਹੋਇਆ ਹੈ। ਦਿਨੇ ਤੂੰ ਵਿਵਹਾਰਾਂ ਰੂਪੀ ਜਾਲ ਦੇ ਵਿੱਚ ਵੱਡੇ ਜਾਲ ਵਿੱਚ ਫਸਿਆ ਹੋਇਆ ਹੈ। ਜੇਤੀ ਘੜੀ ਫਾਹੀ ਤੇਤੀ। ਅਤੇ ਜਿਤਨੀਆਂ ਵੀ ਘੜੀਆਂ ਹਨ ਤਿਤਨੀਆਂ ਹੀ ਫਾਈ ਰੂਪ ਹਨ। ਭਾਵ ਸਾਰੀਆਂ ਘੜੀਆਂ ਫਾਈਆਂ ਕੁੜਕੀਆਂ ਨੇ ਜਿਨ੍ਹਾਂ ਵਿੱਚ ਸ਼ਿਕਾਰੀ ਜਾਨਵਰਾਂ ਨੂੰ ਫਸਾਉਂਦੇ ਹਨ। ਰਸ ਰਸ ਚੋਗ ਚੁਗ ਹੈ ਨਿਤ ਫਸ ਹੈ। ਇਹ ਭਾਈ, ਤੂੰ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਰਸਾਂ ਕਸਾਂ 'ਚ ਰਸੀਲਾ ਹੋ ਕੇ ਵਿਸ਼ਿਆਂ ਰੂਪੀ ਚੋਗੇ ਨੂੰ ਚੁੱਕ ਕੇ ਨਿਤਾ ਪ੍ਰਤੀ ਇਹਨਾਂ ਵਿਸ਼ਿਆਂ ਦੇ ਮੋਹ ਵਿੱਚ ਫਸ ਰਿਹਾ ਹੈ। ਛੂਟਸ ਮੂੜੇ ਕਵਨ ਗੁਣੀ। ਇਹ ਮੂਰਖ ਬੇਸਮਝ ਪੁਰਖ ਹੈ। ਇਹਨਾਂ ਵਿਸ਼ਿਆਂ ਤੋਂ ਕਿਹੜੇ ਗੁਣਾਂ ਕਰਕੇ ਤੂੰ ਛੁੱਟੇਗਾ। ਕਾਇਆ ਆਰਣ ਮਨ ਵਿੱਚ ਲੋਹਾ। ਇਹ ਭਾਈ, ਇਹ ਜੋ ਕਾਇਆ ਦੇਹ ਹੈ ਇਹ ਲੋਹਾਰਨ ਦੀ ਆਰਨ ਭੱਠੀ ਦੀ ਤਰ੍ਹਾਂ ਹੈ। ਮਨ ਇਹਦੇ ਵਿੱਚ ਲੋਹੇ ਦੀ ਤਰ੍ਹਾਂ ਹੈ। ਪੰਜ ਅਗਨ ਤਿਤ ਲਾਗ ਰਹੀ। ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਅੱਗਾ ਤੇ ਇਸ ਮਨ ਰੂਪ ਲੋਹੇ ਨੂੰ ਸਾੜਨ ਵਾਸਤੇ ਲੱਗ ਰਹੀਆਂ ਹਨ। ਕੋਇਲੇ ਪਾਪ ਪੜੇ ਤਿਸ ਉਪਰ। ਤਿਸ ਮਨ ਰੂਪੀ ਲੋਹੇ ਤੇ ਅੱਗ ਨੂੰ ਭਖਾਉਣ ਵਾਸਤੇ ਪਾਪਾ ਰੂਪੀ ਕੋਇਲੇ ਪੈ ਰਹੇ ਹਨ। ਮਨ ਜਲਿਆ ਸੰਨੀ ਚਿੰਤ ਪਈ। ਇਉਂ ਮਨ ਰੂਪੀ ਲੋਹਾ ਸੜ ਰਿਹਾ ਹੈ ਅਤੇ ਚਿੰਤਾ ਰੂਪ ਸੰਨੀ ਬਣੀ ਹੋਈ ਹੈ। ਅਰਥਾਤ ਉਹ ਸੰਨੀ ਹੁੰਦੀ ਹੈ
ਜਿਸ ਦੇ ਨਾਲ ਲੋਹੇ ਨੂੰ ਪਕੜ ਕੇ ਕਦੇ ਪਾਣੀ 'ਚ ਪਾਇਆ ਜਾਂਦਾ, ਕਦੇ ਭੱਠੀ 'ਚ ਰੱਖਿਆ ਜਾਂਦਾ। ਇਉਂ ਮਨ ਰੂਪੀ ਲੋਹਾ ਚਿੰਤਾ ਰੂਪ ਸੰਨੀ ਨਾਲ ਪਕੜਿਆ ਹੋਇਆ ਕਦੇ ਵਿਸ਼ੇ ਸੁਖ ਰੂਪ ਪਾਣੀ 'ਚ ਪੈ ਜਾਂਦਾ, ਕਦੇ ਤ੍ਰਿਸ਼ਨਾ ਰੂਪ ਅੱਗ ਦੀ ਭੱਠੀ ਵਿੱਚ ਪੈ ਜਾਂਦਾ ਹੈ। ਇੰਜ ਲੋਹੇ ਦੀ ਤੜਾ ਸੜਦਾ ਰਹਿੰਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ। ਹੇ ਭਾਈ, ਤੇਰਾ ਗਲੇ ਸੜੇ ਲੋਹੇ ਦੀ ਤਰ੍ਹਾਂ ਜਾਂ ਸੜੇ ਲੋਹੇ ਦੀ ਮੈਲ ਦੀ ਤਰ੍ਹਾਂ ਇਹ ਮਨ ਹੋਇਆ ਪਿਆ ਹੈ। ਫਿਰ ਸੋਹਣੇ ਮਤ ਸ਼ੁੱਧ ਤਾਂ ਹੋ ਸਕਦਾ ਹੈ। ਜੇ ਗੁਰ ਮਿਲੈ ਤਿਨੇਹਾ। ਜੇਕਰ ਤੇਹੋ ਜੇ ਪਰਮੇਸ਼ਰ ਸਰੂਪ ਬ੍ਰਹਮਨਿਸ਼ਟੀ ਬ੍ਰਹਮ ਸਰੋਤਰੀ ਸਤਿਗੁਰੂ ਜੀ ਮਿਲ ਜਾਣ ਅਤੇ ਏਕ ਨਾਮ ਅੰਮ੍ਰਿਤ ਉਹ ਦੇਵੈ। ਉਹ ਗੁਰੂ ਸਾਹਿਬ ਜੀ ਤੈਨੂੰ ਇੱਕ ਅੰਮ੍ਰਿਤ ਕਰਨ ਵਾਲੇ ਪਰਮੇਸ਼ਰ ਦਾ ਨਾਮ ਬਖਸ਼ ਦੇਣਾ ਕਰਨ। ਤਉ ਨਾਨਕ ਤ੍ਰਿਸ਼ਟਸ ਦੇਹਾ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ, ਤਦ ਤੋਂ ਸੂਖਮ ਸਥੂਲ ਕਾਰਨ ਦੇਹਾਂ ਵੱਲੋਂ ਤ੍ਰਿਸ਼ਟਸ ਅਸਥਿਤ ਹੋ ਸਕਦਾ ਹੈ ਜਾਂ ਅਖੰਡ ਚੇਤਨ ਦੇ ਵਿੱਚ ਅਸਥਿਤ ਹੋ ਸਕਦਾ ਹੈ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਬਿਮਲ ਮਝਾਰ ਬਸਸ ਨਿਰਮਲ ਜਲ। ਸਾਧ ਸੰਗਤ ਜੀਓ, ਇਹ ਜੋ ਪਾਵਨ ਸ਼ਬਦ ਆਪਨੇ ਸਰਵਣ ਕੀਤਾ ਹੈ, ਇਹ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਨੂੰ ਉਤਾਰਦੇ ਹੋਏ ਪਟਨੇ ਦੀ ਧਰਤੀ ਤੇ ਬਿਰਾਜਮਾਨ ਹੋਏ, ਉੱਥੇ ਸਾਲਸਰਾਏ ਜੌਹਰੀ ਦੇ ਪ੍ਰਥਾਏ ਗੁਰੂ ਸਾਹਿਬ ਨੇ ਉਚਾਰਿਆ। ਉਦੋਂ ਪਟਨਾ ਸਾਹਿਬ ਦਾ ਨਾਮ ਬਿਸ਼ੰਬਰਪੁਰ ਹੁੰਦਾ ਸੀਗਾ। ਅਜੇ ਪਹੁੰਚਣੀ ਵਾਲੇ ਸਨ ਤਾਂ ਭਾਈ ਮਰਦਾਨਾ ਜੀ ਨੇ ਬੇਨਤੀ ਕਰਕੇ ਕਿਹਾ ਕਿ ਹੇ ਮਹਾਰਾਜ ਜੀ, ਕੁਝ ਪ੍ਰਸ਼ਾਦ ਪਾਣੀ ਵੀ ਛਕਾਓਗੇ ਕਿ ਐਵੇਂ ਉਜਾੜਾਂ ਵਿੱਚ ਲਈ ਫਿਰਦੇ ਰਹੋਗੇ। ਗੁਰੂ ਜੀ ਨੇ ਹੱਸ ਕੇ ਕਿਹਾ, ਭਾਈ ਮਰਦਾਨਾ ਜੀ, ਇੱਥੇ ਪਾਸ ਹੀ ਇੱਕ ਨਗਰ ਹੈ, ਉੱਥੇ ਜਾ ਕੇ ਪ੍ਰਸ਼ਾਦ ਛਕ ਲਵੇਂ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਜੀ, ਨਗਰ ਹੈ ਤਾਂ ਮੈਂ ਫਿਰ ਕੀ ਕਰਾਂ? ਮੇਰੇ ਕੋਲ ਕਿਹੜਾ ਪੈਸੇ ਦਮੜੇ ਨੇ ਜਿਨ੍ਹਾਂ ਨਾਲ ਨਗਰ ਵਿੱਚੋਂ ਮੈਂ ਕੁਝ ਖਰੀਦ ਕੇ ਖਾ ਲਵਾਂਗਾ। ਤਦੋਂ ਗੁਰੂ ਜੀ ਨੇ ਤੁਰਦੇ ਹੋਇਆਂ ਰੇਤਾਂ ਦੇ ਵਿੱਚ ਪੈਰ ਦਾ ਅੰਗੂਠਾ ਫੇਰਿਆ ਤੇ ਜਿੱਥੋਂ ਇੱਕ ਲਾਲ ਨਿਕਲ ਆਇਆ, ਉਹ ਭਾਈ ਮਰਦਾਨਾ ਜੀ ਨੂੰ ਪਕੜਾ ਦਿੱਤਾ। ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਪਟਨਾ ਸਾਹਿਬ ਜੀ ਦੇ ਉਸ ਸਥਾਨ ਉੱਪਰ ਬੈਠ ਗਏ ਜਿੱਥੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ ਸੀ। ਉੱਥੇ ਬੈਠ ਕੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਉਸ ਲਾਲ ਦਾ ਮੁੱਲ ਪਾਉਣ ਲਈ ਨਗਰ ਵਿੱਚ ਭੇਜ ਦਿੱਤਾ, ਜਿਸ ਦਾ ਕਿਸੇ ਨੇ 2 ਪੈਸੇ, ਕਿਸੇ ਨੇ 1 ਰੁਪਈਆ, ਕਿਸੇ ਨੇ 100 ਰੁਪਈਆ ਮੁੱਲ ਪਾਇਆ। ਭਾਈ ਮਰਦਾਨਾ ਗੁਰੂ ਜੀ ਦੇ ਪਾਸ ਆ ਗਿਆ ਤੇ ਕਿਹਾ, ਸਤਿਗੁਰੂ ਜੀ, ਮੈਂ ਸੁਣਿਆ ਕਿ ਲਾਲ ਬੇਕੀਮਤਾ ਹੁੰਦਾ ਹੈ, ਪਰ ਇੱਥੇ ਤਾਂ ਇਸ ਦਾ ਥੋੜਾ ਕੁ ਮੁੱਲ ਹੀ ਪਾਇਆ ਹੈ। ਤਦੋਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਸਾਲਸਰਾਏ ਨਾਮੀ ਜੌਹਰੀ ਦੇ ਪਾਸ ਭੇਜਿਆ। ਜਦ ਭਾਈ ਮਰਦਾਨਾ ਜੀ ਸਾਲਸਰਾਏ ਜੌਹਰੀ ਕੋਲ ਪਹੁੰਚਿਆ ਤਾਂ ਉਹਨੇ ਲਾਲ ਦੇ ਦਰਸ਼ਨ ਕਰਦਿਆਂ ਹੀ ਭਾਈ ਮਰਦਾਨਾ ਜੀ ਪਾਸ ਇੱਕ 100 ਰੁਪਏ ਦਰਸ਼ਨੀ ਭੇਟਾ ਰੱਖ ਦਿੱਤੀ ਅਤੇ ਲਾਲ ਦੀ ਕੀਮਤ ਬਾਰੇ ਕੁਝ ਦੱਸ ਨਾ ਸਕਿਆ। ਭਾਵ ਕਿਹਾ ਕਿ ਬਹੁਤ ਅਮੋਲਕ ਵਸਤੂ ਹੈ। ਤਦੋਂ ਭਾਈ ਮਰਦਾਨਾ 100 ਰੁਪਈਆ ਲੈ ਕੇ ਸਤਿਗੁਰਾਂ ਦੇ ਪਾਸ ਆ ਗਿਆ
ਅਤੇ 100 ਰੁਪਈਆ ਦਿਖਾਇਆ। ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ, ਇਹ 100 ਰੁਪਈਆ ਜਿਹਦੇ ਕੋਲ ਲਿਆਂਦਾ ਹੈ ਉਹਨੂੰ ਵਾਪਸ ਕਰ ਆਓ। ਭਾਈ ਮਰਦਾਨਾ ਜੀ ਉਹਨੂੰ ਪੈਸੇ ਵਾਪਸ ਕਰਨ ਗਿਆ ਤਾਂ ਉਹਨੇ ਕਿਹਾ ਕਿ ਮੈਂ ਇਸ ਲਾਲ ਦੀ ਦਰਸ਼ਨੀ ਭੇਟਾ ਦਿੱਤੀ ਹੈ, ਤੁਸੀਂ ਇਹ ਰੱਖ ਲਵੋ। ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ ਤੇ ਗੁਰੂ ਜੀ ਨੂੰ ਦੱਸ ਦਿੱਤਾ। ਤਦੋਂ ਗੁਰੂ ਜੀ ਨੇ ਕਿਹਾ ਕਿ ਜਦ ਅਸਾਂ ਨੇ ਲਾਲ ਵੇਚਿਆ ਹੀ ਨਹੀਂ, ਫਿਰ ਅਸੀਂ ਦਰਸ਼ਨੀ ਭੇਟ ਕੀ ਕਰਨੀ ਹੈ। ਜਦ ਉਹਨੂੰ ਵਾਪਸ ਮੋੜਿਆ, ਭਾਈ ਮਰਦਾਨਾ ਜੀ ਫਿਰ ਵਾਪਸ ਕਰਨ ਆਇਆ ਤਾਂ ਸਜੋਰੀ ਨੇ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਭਾਈ ਮਰਦਾਨਾ ਜੀ ਫਿਰ ਗੁਰੂ ਜੀ ਪਾਸ ਆ ਗਿਆ। ਇਉਂ ਤਕਰੀਬਨ 7 ਵਾਰ ਭਾਈ ਮਰਦਾਨਾ ਜੀ ਨੂੰ ਫੇਰੇ ਪਏ। ਤਦੋਂ ਮਰਦਾਨਾ ਜੀ ਨੇ ਆਖ ਕੇ ਉਹ ਪੈਸੇ ਸਾਲਸਰੇ ਜੌਹਰੀ ਦੇ ਘਰ ਵਿੱਚ ਹੀ ਸੁੱਟ ਦਿੱਤੇ ਤੇ ਆਪ ਗੁਰੂ ਜੀ ਪਾਸ ਵਾਪਸ ਆ ਗਿਆ। ਤਦੋਂ ਸਜੌਰੀ ਨੇ ਆਪਣਾ ਅਧਰਕਾ ਨਾਮੀ ਸੇਵਕ ਭੇਜਿਆ। ਭਾਈ ਵੀਰ ਸਿੰਘ ਨੇ ਆਪਣੇ ਟੈਕਟ ਵਿੱਚ ਸਾਲਸਰੇ ਜੌਹਰੀ ਦੇ ਸੇਵਕ ਦਾ ਨਾਮ ਜਿਹੜਾ ਹੈ ਉਹ ਅਧਰਕਾ ਲਿਖਿਆ ਹੈ। ਅਧਰਕਾ ਨਾਮੀ ਸੇਵਕ ਗੁਰੂ ਜੀ ਦੇ ਕੋਲ ਭੇਜਿਆ ਕਿ ਕਿਤੇ ਮਹਾਰਾਜ ਅੱਗੇ ਨਾ ਚਲੇ ਜਾਣ, ਉਹਨਾਂ ਨੂੰ ਰੋਕ। ਜਦ ਉਹਨੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਉਹਨੇ ਹਾਲ ਹੋ ਗਿਆ। ਨਿਮਰਤਾ ਚ ਆ ਕੇ ਮਹਾਰਾਜ ਦੇ ਚਰਨੀ ਹੱਥ ਲਾਇਆ। ਗੁਰੂ ਜੀ ਨੇ ਉਹਨੂੰ ਨਿਹਾਲ ਕਰ ਦਿੱਤਾ। ਫਿਰ ਸਾਲਸਰਾਈ ਨੇ ਆ ਕੇ ਖੁਦ ਆਪ ਨਮਸਕਾਰ ਕੀਤੇ ਅਤੇ ਆਪਣੇ ਸੇਵਕ ਦੀ ਸਮਾਧੀ ਲੱਗੀ ਵੇਖ ਕੇ ਹੈਰਾਨ ਹੋ ਗਿਆ। ਉਸ ਵਕਤ ਗੁਰੂ ਸਾਹਿਬ ਨੇ ਸਾਲਸਰਾਈ ਜੌਹਰੀ ਨੂੰ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਸੀ। ਜਦੋਂ ਸਾਲਸਰਾਈ ਜੌਹਰੀ ਨੇ ਹੋਰ ਉਪਦੇਸ਼ ਦੀ ਯਾਚਨਾ ਕੀਤੀ ਸੀ, ਤਦੋਂ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦਿਆਂ ਇਹ ਵੀ ਸ਼ਲੋਕ ਉਚਾਰਨ ਕੀਤਾ। ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲੱਖ ਵਿਕਾਏ। ਆਓ ਪਿਆਰ ਨਾਲ ਸਾਲਸਰਾਈ ਜੌਹਰੀ ਦੇ ਪਰਥਾਏ ਮਹਾਰਾਜ ਨੇ ਜਿਹੜਾ ਉਪਦੇਸ਼ ਬਖਸ਼ਿਆ ਉਹ ਕਥਾ ਸੁਣੋ। ਇਹਦੀ ਇੱਕ ਉਥਾਨਗਾ ਹੋਰ ਵੀ ਹੈ। ਸਭ ਤੋਂ ਪਹਿਲਾਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਰ ਮਹਿਤਾ ਸਾਹਿਬ ਵਿਖੇ ਸੰਗਤਾਂ ਦੇ ਵਿੱਚ ਕਥਾ ਕਰਨੀ ਸੁਖਾਲੀ ਹੈ, ਪਰ ਮਹਿਤੇ ਗੁਰਦੁਆਰਾ ਸਾਹਿਬ ਸੁਣਨ ਵਾਲੇ ਸਾਰੇ ਗਿਆਨੀ ਧਿਆਨੀ ਬੈਠੇ ਹੁੰਦੇ ਨੇ। ਕਥਾ ਵਾਚਕ ਉਹਨਾਂ 'ਚ ਕਥਾ ਕਰਨੀ ਕੁਝ ਕਠਿਨ ਹੈ, ਕਾਫੀ ਕਠਿਨ ਹੈ। ਇੱਥੋਂ ਤੱਕ ਕਿ ਜਿਹੜੇ ਇੱਕ ਵੀ ਅੱਖਰ ਨਹੀਂ ਪੜ੍ਹੇ ਹੋਏ, ਉਹ ਮੈਨੂੰ ਯਾਦ ਹੈ ਕਿ ਬਾਬਾ ਭੋਲਾ ਸਿੰਘ ਜੀ ਜਿਹੜੇ ਕਠਾਰ ਦੇ ਵਿੱਚ ਦੁੱਧ ਪਾਣੀ ਵਰਤਾਉਣ ਦੀ ਸੇਵਾ ਕਰਿਆ ਕਰਦੇ, ਇੱਕ ਵਾਰ ਉਹਨਾਂ ਮੈਨੂੰ ਘੇਰ ਲਿਆ, ਕਹਿੰਦੇ ਆ ਤੂੰ ਕਿਤਨਾ ਸਾਖੀ ਸੁਣਾਈ ਹੈ। ਬਾਬਾ ਜਰਨੈਲ ਸਿੰਘ ਜੀ ਦਾ ਇਸ ਤਰ੍ਹਾਂ ਸੁਣਾਉਂਦੇ ਹੁੰਦੇ ਸੀ। ਤੇ ਮੈਂ ਫਿਰ ਉਹਨਾਂ ਨੂੰ ਕੀ ਜਵਾਬ ਦਿੰਦਾ, ਮੈਂ ਕਿਹਾ ਜੀ ਮੇਰੀ ਗਲਤੀ ਹੋਊਗੀ। ਫਿਰ ਮਤਲਬ ਇੱਥੋਂ ਤੱਕ ਵੀ ਅਨਪੜ੍ਹ ਵੀ ਟੋਕ ਦਿੰਦੇ ਨੇ, ਇੰਜ ਨਹੀਂ ਇੰਜ ਹੈ। ਇਹ ਜਿਹੜਾ ਪਾਵਨ ਸ਼ਬਦ ਆਪ ਸਰਵਣ ਕਰਨ ਜਾ ਰਹੇ ਹੋ, ਸਭ ਤੋਂ ਪਹਿਲੇ ਦਿਨ ਲੜੀਵਾਰ ਕਥਾ ਜਦ ਮੈਂ ਆਰੰਭ ਕੀਤੀ, ਮਹਾਰਾਜ ਨੇ ਇਸ ਸ਼ਬਦ ਦੀ ਮੈਨੂੰ ਬਖਸ਼ਿਸ਼ ਕੀਤੀ ਸੀਗੀ। ਪਹਿਲੇ ਦਿਨ ਲੜੀਵਾਰ ਕਥਾ ਵਿੱਚ ਇਸ ਪਾਵਨ ਸ਼ਬਦ ਤੋਂ ਕਥਾ ਪ੍ਰਾਰੰਭ ਕੀਤੀ ਸੀ। ਗਿਆਨੀ ਜੋਗਿੰਦਰ ਸਿੰਘ ਜੀ ਉਹਨਾਂ ਨੇ ਰਾਤ ਨੂੰ ਮੈਨੂੰ ਪੜ੍ਹਾਇਆ 5-7 ਮਿੰਟ ਸਮਝਾ ਕੇ ਤੇ ਤੋਰਿਆ, ਫਿਰ ਤਿਆਰੀ ਕਰਕੇ ਅੰਮ੍ਰਿਤ ਵੇਲੇ ਇਹ ਪਾਵਨ ਸ਼ਬਦ ਦੇ ਦਰਸ਼ਨ ਕੀਤੇ ਸਨ। ਆਓ ਪਿਆਰ ਨਾਲ ਸੁਣੋ ਜੀ। ਬਿਮਲ ਮਝਾਰ ਇਹ ਭਾਈ ਬਿਮਲ ਨਿਰਮਲ ਜਲ ਵਿੱਚ ਬਸਸ ਨਿਰਮਲ ਜਲ ਸੋ
ਉਜਲ ਜਲ ਪਾਣੀ ਦੇ ਵਿੱਚ ਕੀ ਵਸਦਾ ਹੈ? ਪਦਮਨ ਜਾਵਲ ਰੇ। ਪਦਮਨ ਕਮਲ ਦਾ ਫੁੱਲ ਵੀ ਵਸਦਾ ਹੈ ਅਤੇ ਜਾਲਾ ਵੀ ਵਸਦਾ ਹੈ। ਨਿਰਮਲ ਉਜਲ ਜਲ ਵਿੱਚ ਕਮਲ ਦਾ ਫੁੱਲ ਵੀ ਰਹਿੰਦਾ ਤੇ ਜਾਲਾ ਵੀ ਉੱਥੇ ਰਹਿੰਦਾ ਹੈ। ਜਾਂ ਪਦਮਨ ਕਮਲ ਫੁੱਲ ਜੋ ਕਿ ਮਝਾਰ ਵਿੱਚੋਂ ਬਿਮਲ ਉਜਲ ਹੁੰਦਾ ਹੈ ਤੇ ਜਾਵਲ ਜਾਲਾ ਇਹ ਦੋਵੇਂ ਨਿਰਮਲ ਜਲ ਵਿੱਚ ਵਸਦੇ ਨੇ। ਜਾਂ ਪਦਮ ਕਮਲ ਫੁੱਲ ਨਿਜਾਵਲ ਆਪਣੀ ਪੰਕਤੀ ਸ਼੍ਰੇਣੀ ਵਿੱਚ ਵਸਦਾ ਹੈ। ਪਦਮਨ ਜਾਵਲ ਕਮਲ ਫੁੱਲ ਨੂੰ ਤੇ ਜਾਵਲ ਜਾਲੇ ਨੂੰ। ਜਲ ਰਸ ਸੰਗਤ ਜਲ ਪਾਣੀ ਦੀ ਸੰਗਤ ਹੈ ਤੇ ਰਸ ਦਾ ਅਰਥ ਵੀ ਪਾਣੀ ਹੈ। ਕਮਲ ਦੇ ਫੁੱਲ ਨੂੰ ਪਾਣੀ ਦੀ ਸੰਗਤ ਹੈ ਤੇ ਜਾਲੇ ਨੂੰ ਵੀ ਪਾਣੀ ਦੀ ਸੰਗਤ ਹੈ। ਸੰਗ ਦੋਖ ਨਹੀਂ ਰੇ। ਪਰ ਕਮਲ ਫੁੱਲ ਨਾਲ ਰਹਿੰਦਾ ਹੋਇਆ ਜਾਲੇ ਦੇ ਦੋਸ਼ ਨੂੰ ਗ੍ਰਹਿਣ ਨਹੀਂ ਕਰਦਾ। ਭਾਵ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਅਤੇ ਜਾਲਾ ਕਮਲ ਫੁੱਲ ਦੇ ਨਾਲ ਰਹਿੰਦਾ ਹੋਇਆ ਕਮਲ ਦੀ ਖੁਸ਼ਬੂ ਮਹਿਕ ਨਹੀਂ ਲੈ ਸਕਦਾ। ਜਾਂ ਕਮਲ ਫੁੱਲ ਦੇ ਸੰਗ ਦਾ ਜਾਲੇ ਨੂੰ ਦੋਖ ਨਹੀਂ ਹੈ ਜਾਂ ਜਾਲੇ ਦੇ ਸੰਗ ਕਮਲ ਫੁੱਲ ਨੂੰ ਦੋਖ ਨਹੀਂ ਹੈ। ਦਾਦਰ ਦਾਦਰ ਦਾ ਅਰਥ ਡੱਡੂ। ਇਹ ਡੱਡੂਆ ਤੂੰ ਕਬਹਿ ਨ ਜਾਣ ਸਰੇ। ਤੂੰ ਕਦੇ ਵੀ ਕਮਲ ਫੁੱਲ ਦੇ ਗੁਣਾਂ ਨੂੰ ਨਹੀਂ ਜਾਣਦਾ ਹੈ। ਜਿਵੇਂ ਸੋ ਜਿਹੜਾ ਡੱਡੂ ਹੈ ਉਹ ਜਾਲਾ ਖਾਂਦਾ ਹੈ ਤੇ ਕਮਲ ਫੁੱਲ ਦੇ ਰਸ ਨੂੰ ਨਹੀਂ ਲੈ ਸਕਦਾ। ਇਹ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ। ਬਖਸ ਸਿਬਾਲ ਤੂੰ ਖਾਂਦਾ ਕੀ ਹੈ? ਸਿਬਾਲ ਜਾਲਾ। ਬਸਸ ਨਿਰਮਲ ਜਲ। ਇਹ ਡੱਡੂਆ ਤੂੰ ਉਜਲ ਪਾਣੀ ਦੇ ਸਰੋਵਰ ਵਿੱਚ ਵਸਦਾ ਹੋਇਆ ਵੀ ਜੋ ਜਾਲੇ ਨੂੰ ਹੀ ਖਾਂਦਾ ਰਹਿੰਦਾ ਹੈ। ਅੰਮ੍ਰਿਤ ਨਾਲ ਲਖ ਸਰੇ। ਕਮਲ ਫੁੱਲ ਦੀਆਂ ਜੜ੍ਹਾਂ ਵਿੱਚ ਪਾਣੀ ਦੀ ਮੈਲ ਦੇ ਲੱਗੇ ਜਾਲੇ ਨੂੰ ਖਾਂਦਾ ਹੈ ਪਰ ਤੂੰ ਕਮਲ ਫੁੱਲਾਂ ਦੇ ਸੁਗੰਧੀ ਰੂਪ ਅੰਮ੍ਰਿਤ ਨੂੰ ਜਾਣਦਾ ਨਹੀਂ ਹੈ। ਤੇ ਇਸ ਤਰ੍ਹਾਂ ਦੀ ਤੇਰੀ ਹਾਲਤ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਬਸ ਜਲ ਨਿਤ। ਹੇ ਡਟੂਆ ਤੂੰ ਨਿਤਾ ਪ੍ਰਤੀ ਪਾਣੀ ਵਿੱਚ ਵਸਦਾ ਹੈ। ਨਾ ਵਸਤ ਅਲੀ ਅਲ। ਅਲੀ ਭੌਰੀ ਤੇ ਅਲ ਭੌਰਾ ਇਹ ਭਾਵੇਂ ਜਲ ਵਿੱਚ ਨਹੀਂ ਵਸਦੇ। ਮੇਰ ਚਾਗੁਨ ਰੇ। ਪਰ ਉਹ ਮੇਰ ਉੱਪਰੋਂ ਭਾਵ ਕਮਲ ਫੁੱਲ ਦੀ ਚੋਟੀ ਤੋਂ ਚ ਪੁਨः ਮਹਿਕਦੇ ਤਾਈਂ ਚਾਗੁਣ ਚੁਣ ਚੁਗ ਲੈਂਦੇ ਹਨ। ਜਾਂ ਚਚਾ ਗੁਣ ਰੇ ਦੂਜਾ ਪਾਠ ਭੌਰੀ ਤੇ ਭੌਰਾ ਕਵਲ ਦੀ ਗੁਣ ਚਚਾ ਚਰਚਾ ਵਿੱਚ ਮਸਤ ਨੇ। ਤੂੰ ਪਾਣੀ ਵਿੱਚ ਕਮਲ ਫੁੱਲ ਦੇ ਕੋਲ ਰਹਿੰਦਾ ਸੁਗੰਧੀ ਨਹੀਂ ਜਾਣਦਾ ਤੇ ਭੌਰ ਭੌਰੀਆਂ ਉੱਪਰੋਂ ਆ ਕੇ ਸੁਗੰਧੀ ਲੈ ਜਾਂਦੇ ਹਨ। ਇਸ ਉੱਪਰ ਦ੍ਰਿਸ਼ਟਾਂਤ ਦਿੰਦੇ ਹਨ। ਚੰਦ ਕੁਮਦਨੀ ਦੂਰ ਹੋਨੇ ਵਸਾਸ। ਚੰਦਰਮਾ ਆਕਾਸ਼ ਵਿੱਚ ਚੜ੍ਹਦਾ ਹੈ ਤੇ ਕੁਮੁੰਦਨੀ ਕਮੀਆਂ ਨੀਵੇਂ ਥਾਂ ਤਲਾਬਾਂ ਵਿੱਚ ਹੁੰਦੀਆਂ ਨੇ। ਜਾਂ ਚੰਦਰਮਾ ਨੂੰ ਕਮੀਆਂ ਦੂਰੋਂ ਹੀ ਵੇਖ ਕੇ ਨੇਵ ਸੱਸ ਚੰਦਰਮਾ ਨੂੰ ਵੇਖ ਕੇ ਉਹ ਨੇਵ ਖੇਡਾਉਂਦੀਆਂ ਨੇ। ਜਾਂ ਚੰਦਰਮਾ ਦੇ ਪ੍ਰਕਾਸ਼ ਨੂੰ ਦੂਰੋਂ ਹੀ ਪਾ ਕੇ ਨਿਵਸਸ ਨਮਸਕਾਰ ਕਰਦੀਆਂ ਨੇ। ਜਾਂ ਪ੍ਰਸੰਨ ਹੋ ਕੇ ਖੇਡਾਉਂਦੀਆਂ ਨੇ ਕਿਉਂਕਿ ਕਮੀਆਂ ਨੂੰ ਖਿਡਾਉਣ ਦਾ ਚੰਦਰਮਾ ਦੇ ਨਾਲ ਦਿਨ ਦਾ ਕਹਿੰਦੇ ਹਨ। ਅਨਭਉ ਕਾਰਨ ਰੇ। ਦਿਨ ਦਾ ਤਾਤਪਰਜ ਹੀ ਕਾਰਨ ਹੈ। ਜਿਹੜਾ ਕਮੀਆਂ ਦਾ ਚੰਦਰਮਾ ਦੇ ਨਾਲ ਦਿਲ ਮਿਲਿਆ ਹੋਇਆ ਇਹੀ ਕਮੀਆਂ ਨੂੰ ਖਿਡਾਉਣ ਦਾ ਕਾਰਨ ਹੈ। ਚੰਦਰਮਾ ਦੇ ਨਾਲ ਦਿਲੋਂ ਉਹਨਾਂ ਦਾ ਪ੍ਰੇਮ ਹੈ ਤੇ ਉਹ ਦਿਲ ਮਿਲਿਆ ਹੋਣ ਕਰਕੇ
ਦਿਲ ਦਾ ਹੀ ਅਨੁਭਵ ਤਾਤਪਰਜ ਹੈ, ਜਿਸ ਕਰਕੇ ਕਮੀਆਂ ਖਿੜਦੀਆਂ ਹਨ। ਅੰਮ੍ਰਿਤ ਖੰਡ ਇਹ ਭਾਈ ਜਿਹੜਾ ਅੰਮ੍ਰਿਤ ਹੈ ਇਹ ਵੀ ਮਿੱਠਾ ਹੈ, ਖੰਡ ਵੀ ਮਿੱਠੀ ਹੈ। ਦੂਧ ਮਦ ਸੰਚਸ ਦੁੱਧ ਵੀ ਮਿੱਠਾ ਹੈ, ਮਦ ਸ਼ਹਿਦ ਆਦਿਕ ਇਹ ਭਾਵੇਂ ਸਿੰਜ ਦਈਏ ਮਿੱਠੀਆਂ ਚੀਜ਼ਾਂ ਕਿੰਨੋਂ। ਤੂਬ ਨਾ ਚਾਤੁਰ ਰੇ ਤੂਬ ਨਾਮ ਹੈ ਤੂੰਬੇ ਦਾ। ਇਹ ਭਾਈ ਜੇਕਰ ਤੂੰਬੇ ਦੇ ਵੇਲ ਦੀਆਂ ਜੜ੍ਹਾਂ 'ਚ ਦੇਵਤਿਆਂ ਪਾਸੋਂ ਲਿਆ ਕੇ ਅੰਮ੍ਰਿਤ ਵੀ ਸਿੰਜ ਦਈਏ, ਖੰਡ ਦੀ ਚਾਣੀ ਬਣਾ ਕੇ ਵੀ ਵਿੱਚ ਪਾ ਦਈਏ, ਮੱਝਾਂ ਦਾ ਦੁੱਧ ਵੀ ਤੇ ਸ਼ਹਿਦ ਆਦਿਕ ਵੀ ਸਿੰਜ ਦਈਏ, ਤਾਂ ਵੀ ਉਹ ਜਿਹੜਾ ਤੁੰਬਾ ਹੈ ਉਹ ਚਾਹ ਪੁਣਾ ਅਤਰ ਵਾਂਗ ਸੁਗੰਧੀਦਾਰ ਪਰ ਮਿੱਠਾ ਨਹੀਂ ਹੁੰਦਾ, ਚੰਗਾ ਨਹੀਂ ਬਣਦਾ ਹੈ, ਉਹ ਕੌੜੇ ਦਾ ਕੌੜਾ ਹੀ ਰਹਿੰਦਾ ਹੈ। ਆਪਣਾ ਆਪ ਤੂੰ ਕਬਹੁ ਨਾ ਛੋੜਸ ਇਸ ਤਰ੍ਹਾਂ ਤੂੰ ਆਪਣਾ ਆਪ ਭਾਵ ਦੇਹ ਦਾ ਹੰਕਾਰ ਕਦੇ ਵੀ ਨਹੀਂ ਛੱਡਦਾ ਹੈ। ਕਿਸਨ ਪ੍ਰੀਤ ਜਿਉ ਰੇ ਜਿਵੇਂ ਚਿੱਚੜ ਦੀ ਪਸ਼ੂਆਂ ਦੀ ਅਸਤਨਾਂ ਨਾਲ ਲੱਗੇ ਦੀ ਲਹੂ ਦੇ ਪੀਣ ਵਿੱਚ ਪ੍ਰੀਤੀ ਹੁੰਦੀ ਹੈ, ਅਰਥਾਤ ਬੇਸ਼ੱਕ ਉਹ ਪਸ਼ੂ ਦੀ ਅਸਤਨਾਂ ਦੇ ਨਾਲ ਚਿੱਚੜ ਚਿੰਬੜਿਆ ਹੋਇਆ ਦੁੱਧ ਦੇ ਕੋਲ ਹੀ ਰਹਿੰਦਾ ਹੈ, ਪਰ ਦੁੱਧ ਨੂੰ ਛੱਡ ਕੇ ਉਹ ਲਹੂ ਪੀਂਦਾ ਹੈ। ਬੱਚਾ ਵੇਖੋ ਦੁੱਧ ਚੁੰਘਦਾ ਹੈ। ਅੱਜ ਕੱਲ੍ਹ ਦੇ ਤਾਂ ਰਾਮਦੇਵ ਦੇ ਚੇਲੇ ਮੋਤੀ ਪੀਵੀ ਜਾਂਦੇ ਨੇ। ਇੱਕ ਨੂੰ ਮੈਂ ਵੇਖਿਆ ਉਹ ਮੂਤ ਕਰਦੀ ਗਾਂ ਦੇ ਬੁੱਕ ਕਰਕੇ ਮੂਤ ਪੀਵੀ ਜਾਏ, ਨਾਲੇ ਮੂੰਹ ਦੇ ਛਿੱਟੇ ਮਾਰੀ ਜਾਏ, ਤੇ ਇੱਕ ਨਿਕੰਮਾ ਡੰਗਰ ਪਸ਼ੂ ਬੱਚਾ ਉਹ ਦੁੱਧ ਚੁੰਘਦਾ ਹੈ। ਬੱਚੇ ਨੂੰ ਕਹੋ ਵੀ ਤੂੰ ਮੂਤ ਪੀ, ਬਿਲਕੁਲ ਨਹੀਂ ਪੀਊਗਾ। ਇੱਕ ਡੰਗਰ ਨਹੀਂ ਪੀਂਦਾ ਤੇ ਬੰਦੇ ਹੋ ਕੇ ਵੇਖੋ ਮੂਤ ਪੀਵੀ ਜਾ ਰਹੇ ਨੇ। ਬੰਦਾ ਪੁੱਛੇ ਵੀ ਹੋਰ ਦਵਾਈਆਂ ਥੋੜੀਆਂ ਤੁਹਾਨੂੰ ਮੂਤ ਹੀ ਲੱਭਾ ਪੀਣ ਲਈ। ਤੇ ਇਸ ਵਾਸਤੇ ਜਿਹੜਾ ਅੰਮ੍ਰਿਤ ਵਰਗਾ ਦੁੱਧ ਹੈ, ਪੀਣ ਵਾਲੀ ਚੀਜ਼ ਹੈ, ਉਹਨੂੰ ਪੀਓ। ਤੇ ਪਰ ਚਿੱਚੜ ਦੀ ਤਰ੍ਹਾਂ ਜਿਵੇਂ ਚਿੱਚੜ ਖੂਨ ਹੀ ਪੀਂਦਾ ਗਾਂ ਦਾ, ਤੇ ਉਹ ਮੂਰਖ ਲੋਕ ਮੂਤਰ ਹੀ ਪੀਂਦੇ ਨੇ। ਜਿਹੜੇ ਸਿਆਣੇ ਨੇ ਉਹ ਦੁੱਧ ਛਕਦੇ ਹਨ। ਇਸੇ ਪ੍ਰਕਾਰ ਆਪਣਾ ਬਿਮਲ ਮਝਾਰ ਬਸ ਨਿਰਮਲ ਜਾਲ ਮਹਾਤਮਾ ਰੂਪੀ ਕਮਲ ਫੁੱਲ ਵੀ ਸਾਧ ਸੰਗਤ ਜਾਂ ਨਾਮ ਰੂਪ ਉਜਲ ਜਲ ਦੇ ਸਰੋਵਰ ਵਿੱਚ ਵਸਦਾ ਹੈ, ਅਤੇ ਪਦਾਰਥਾਂ ਰੂਪ ਜਾਲਾ ਵੀ ਸਾਧ ਸੰਗਤ ਰੂਪੀ ਉਜਲ ਜਲ ਦੇ ਸਰੋਵਰ ਵਿੱਚ ਆ ਕੇ ਵਸਦਾ ਹੈ। ਪਦਮਨ ਜਾਵਲ ਰੇ ਜਾਲਾ ਵੀ ਤੇ ਕਮਲ ਫੁੱਲ ਦੀ ਤਰ੍ਹਾਂ ਮਹਾਤਮਾ ਵੀ ਇਹ ਦੋਵੇਂ ਸੰਗਤ ਵਿੱਚ ਰਹਿੰਦੇ ਨੇ। ਭਾਵ ਸਾਰੇ ਪਦਾਰਥ ਸਾਧ ਸੰਗਤ ਦੇ ਚਰਨਾਂ ਵਿੱਚ ਆ ਕੇ ਨਿਵਾਸ ਕਰਦੇ ਹਨ, ਪਰ ਸੰਤ ਮਹਾਤਮਾ ਪਦਾਰਥਾਂ ਵੱਲ ਧਿਆਨ ਨਹੀਂ ਕਰਦੇ। ਉਹਨਾਂ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਣੀ ਪੜ੍ਹਨ ਵਿੱਚ, ਨਾਮ ਜਪਣ ਵਿੱਚ ਹੈ। ਪਦਮਨ ਜਾਵਲ ਜੋ ਮਹਾਤਮਾ ਰੂਪੀ ਪਦਮਨ ਕਮਲ ਫੁੱਲ ਸਾਧ ਸੰਗਤ ਵਿੱਚ ਰਹਿੰਦੇ ਨੇ। ਜਲ ਰਸ ਸੰਗਤ ਨਾਮ ਰੂਪੀ ਜਲ ਦੇ ਸਰੋਵਰ ਦੀ ਸੰਗਤ ਦੇ ਵਿੱਚ ਮਹਾਤਮਾ ਰੂਪੀ ਕਮਲ ਦੇ ਫੁੱਲ ਰਹਿੰਦੇ ਨੇ, ਤੇ ਪਦਾਰਥਾਂ ਰੂਪੀ ਜਾਲਾ ਵੀ ਸਾਧ ਸੰਗਤ ਜਾਂ ਨਾਮ ਰੂਪੀ ਸਰੋਵਰ ਦੇ ਆਸਰੇ ਹੀ ਰਹਿੰਦਾ ਹੈ। ਸੰਗ ਦੋਖ ਨਹੀਂ ਰੇ ਪਰੰਤੂ ਮਹਾਤਮਾ ਰੂਪੀ ਕਮਲ ਪਦਾਰਥਾਂ ਰੂਪੀ ਜਾਲੇ ਦਾ ਦੋਖ ਨਹੀਂ ਗ੍ਰਹਿਣ ਕਰਦੇ, ਪਾਪ ਪਦਾਰਥਾਂ ਦਾ ਮੋਹ ਨਹੀਂ ਕਰਦੇ, ਸਦਾ ਨਿਰਲੇਪ ਰਹਿੰਦੇ ਹਨ। ਦਾਦਰ ਇਹ ਕੁਸੰਗੀ ਜੀਵ ਰੂਪ ਡਟੂਆ ਕਬਹਿ ਨ ਜਾਣ ਸਰੇ ਤੂੰ ਕਦੇ ਵੀ ਇਸ ਵਿਚਾਰ ਨੂੰ ਨਹੀਂ ਜਾਣਦਾ ਹੈ। ਪਖਸ ਸਿਬਾਲ ਇਹ ਕੁਸੰਗੀ ਜੀਵ ਰੂਪ ਡਟੂਆ ਤੂੰ ਜਾਲਾ ਹੀ ਖਾਨਾ ਹੈ, ਪਦਾਰਥਾਂ ਰੂਪੀ ਜਾਲਾ। ਬਾਸਸ ਨਿਰਮਲ ਜਲ ਤੂੰ ਰਹਿੰਦਾ ਭਾਵੇਂ ਉਜਲ ਸਾਧ ਸੰਗਤ ਰੂਪੀ ਜਾਂ ਨਾਮ ਉਪਦੇਸ਼ ਰੂਪੀ ਜਲ ਦੇ ਸਰੋਵਰ ਵਿੱਚ ਵਸਦਾ ਹੋਇਆ ਵੀ ਪਦਾਰਥਾਂ ਰੂਪੀ ਜਾਲਾ ਹੀ ਖਾਣਾ ਕਰਦਾ ਹੈ।
ਪਰ ਤੂੰ ਕਮਲ ਫੁੱਲ ਦੀ ਤਰ੍ਹਾਂ ਸੰਤ ਜਨਾਂ ਦੀ ਸੰਗਤ ਵਿੱਚੋਂ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਚੱਖਣਾ ਨਹੀਂ ਜਾਣਦਾ ਹੈ। ਅੰਮ੍ਰਿਤ ਨਾਲ ਅਕਸਰੇ ਇਹ ਜਿਹੜਾ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਵੇਖੋ ਅਸੀਂ ਕੋਈ ਵੀ ਛਕਣ ਨੂੰ ਤਿਆਰ ਨਹੀਂ ਹਾਂ। ਪੰਜ ਪਿਆਰੇ ਆਵਾਜ਼ਾਂ ਮਾਰਦੇ ਨੇ, ਅਨਾਉਂਸਮੈਂਟ ਕਰਾਉਂਦੇ ਨੇ ਬਾਰ-ਬਾਰ, ਉਧਰ ਨੂੰ ਕੋਈ ਮੂੰਹ ਨਹੀਂ ਕਰਦਾ। ਪਰ ਲੱਡੂ ਜਲੇਬੀਆਂ ਬਰਫੀ ਖਾਣ ਨੂੰ ਆਪਾਂ ਸਾਰੇ ਹੀ ਤਿਆਰ ਹਾਂ। ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਕੋਈ ਚੱਖਣਾ ਨਹੀਂ ਜਾਣਦਾ। ਪ੍ਰੀਤੀ ਰੂਪ ਰਸਨਾ ਦੇ ਨਾਲ ਇਹ ਸਾਡੀ ਲੱਡੂ ਵਾਲੀ ਹਾਲਤ ਹੋਈ ਪਈ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਬਸ ਜਲ ਨਿਤ ਇਹ ਕੁਸੰਗੀ ਜੀਵ ਰੂਪ ਡਟੂਆ ਤੂੰ ਨਿਤਾ ਪ੍ਰਤੀ ਵਸਦਾ ਤਾਂ ਸਾਧ ਸੰਗਤ ਦੇ ਵਿੱਚ ਨਾਮ ਰੂਪੀ ਜਲ ਵਿੱਚ ਹੀ ਹੈ। ਨਾ ਵਸਤ ਅਲੀ ਆਲ ਭਾਵੇਂ ਜਗਿਆਸੂ ਰੂਪ ਭੌਰੀ ਤੇ ਜਗਿਆਸੂ ਰੂਪ ਭੌਰਾ ਸਾਧ ਸੰਗਤ ਦੇ ਨਾਮ ਰੂਪੀ ਜਲ ਵਿੱਚ ਨਹੀਂ ਵਸਦੇ, ਭਾਵੇਂ ਉਹ ਉੱਪਰੋਂ ਆਪਦੇ ਵਿਵਹਾਰਕ ਧੰਦੇ ਕਰਦੇ ਹੋਣ। ਮੇਰ ਚ ਚਾਗੁਨ ਰੇ ਚੁਪਨਾ ਫਿਰ ਵੀ ਉਹ ਮਹਾਤਮਾ ਰੂਪੀ ਕਮਲ ਫੁੱਲਾਂ ਤੋਂ ਸ਼ੁਭ ਗੁਣਾ ਰੂਪੀ ਮਹਿਕ ਨੂੰ ਚੁਣ ਲੈਂਦੇ ਹਨ। ਚੰਦ ਕੁਮਦਨੀ ਦੂਰੋ ਨਿਵਸਾਸ ਗੁਰੂ ਰੂਪੀ ਚੰਦਰਮਾ ਜਿਹਦਾ ਆਕਾਸ਼ ਬ੍ਰਹਮ ਵਿੱਚ ਨਿਵਾਸ ਕਰਦੇ ਹਨ, ਅਤੇ ਅਧਿਕਾਰੀ ਦੀਆਂ ਬਿਰਤੀਆਂ ਰੂਪ ਕਮੀਆਂ ਨਿਮਰਤਾ ਰੂਪ ਤਲਾਬਾਂ ਸਰੋਵਰਾਂ ਦੇ ਵਿੱਚ ਰਹਿੰਦੀਆਂ ਨੇ। ਜਾਂ ਇਸੇ ਪ੍ਰਕਾਰ ਚੰਦ ਕੁਮਦਨੀ ਦੂਰੋ ਨਿਵਸਾਸ ਗੁਰੂ ਰੂਪ ਚੰਦਰਮਾ ਨੂੰ ਦੂਰੋਂ ਹੀ ਵੇਖ ਕੇ ਅਧਿਕਾਰੀਆਂ ਦੀਆਂ ਬਿਰਤੀਆਂ ਰੂਪ ਕਮੀਆਂ ਖੇਡਾਉਂਦੀਆਂ ਹਨ, ਕਿਉਂਕਿ ਅਨੁਭਵ ਕਾਰਨ ਰੇ ਅਧਿਕਾਰੀ ਜਨਾਂ ਦਾ ਹਿਰਦਾ ਗੁਰਾਂ ਦੇ ਨਾਲ ਮਿਲਿਆ ਹੋਇਆ ਹੈ। ਉਹ ਭਾਵੇਂ 7 ਸਮੁੰਦਰਾਂ ਮੀਲਾਂ ਪਾਰ ਬੈਠੇ ਹੋਣ, ਪਰ ਉਹਨਾਂ ਦਾ ਮਨ ਗੁਰੂ ਜੀ ਦੇ ਚਰਨਾਂ ਵਿੱਚ ਹੁੰਦਾ ਹੈ। ਜਿਵੇਂ ਧੰਨ ਭਾਈ ਗੋਂਦਾ ਜੀ ਬੈਠੇ ਕਾਬਲ ਦੇ ਵਿੱਚ ਸਨ, ਤੇ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਸੁਰਤੀ ਦੇ ਵਿੱਚ ਹੀ ਦਰਸ਼ਨ ਕਰਦਿਆਂ ਚਰਨ ਪਕੜ ਲਏ। ਇਹੋ ਜਿਹੇ ਚਰਨ ਪਕੜੇ ਕਿ ਗੁਰੂ ਜੀ ਨੂੰ ਸਾਰੀ ਦਿਹਾੜੀ ਉੱਠਣ ਹੀ ਨਹੀਂ ਦਿੱਤਾ, ਤੇ ਮਹਾਰਾਜ ਵੀ ਪਿਆਰ ਵਿੱਚ ਬੈਠੇ ਰਹੇ। ਨਾ ਰੋਟੀ ਖਾਧੀ, ਨਾ ਪਾਣੀ ਪੀਤਾ, ਲੰਗਰ 'ਚ ਚਰਨ ਨਹੀਂ ਪਾਏ। ਸੰਗਤ ਮੂੰਹ ਵੱਲ ਵੇਖੇ ਕਿ ਗੁਰੂ ਸਾਹਿਬ ਭੋਗ ਲਾਉਣ ਤੇ ਅਸੀਂ ਲੰਗਰ ਛਕੀਏ। ਸ਼ਾਮੀ ਕੀਰਤਨ ਦਰਬਾਰ ਵੀ ਹੋ ਗਿਆ, ਰਹਿਰਸ ਦਾ ਪਾਠ ਵੀ ਸਮਾਪਤ ਹੋ ਗਿਆ, ਅਰਦਾਸ ਵੀ ਹੋ ਗਈ। ਉਸ ਤੋਂ ਬਾਅਦ ਫਿਰ ਮਹਾਰਾਜ ਨੇ ਲੰਗਰ ਚਰਨ ਪਾਏ। ਸਾਰੀ ਸੰਗਤ ਭੁੱਖਣ ਬਾਣੀ। ਫਿਰ ਮਹਾਰਾਜ ਨੇ ਭੋਗ ਲਾਇਆ ਤਾਂ ਸੰਗਤ 'ਚ ਲੰਗਰ ਵਰਤਿਆ। ਲਾਂਗਰੀ ਬਾਰ-ਬਾਰ ਬੇਨਤੀ ਕਰੇ, ਨਾ ਮਹਾਰਾਜ ਬੋਲਣ ਨਾ ਉੱਠਣ। ਇਹ ਕਾਹਦਾ ਤਾਤਪਰਜ? ਅਨੁਭਵ ਕਾਰਨ ਰੇ, ਹਿਰਦੇ ਦਾ ਤਾਤਪਰਜ ਹੈ। ਮਿਲੇ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲੇ ਮਿਲਿਆ ਕਹੀਆ ਸੋਏ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਕਹਿਣ ਲੱਗੇ, ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਕਹਿੰਦੇ ਜੀ ਕੈਸਾ ਬਚਨ ਹੋਇਆ? ਮਹਾਰਾਜ ਕਹਿੰਦੇ ਉਠੋ, ਖੜੇ ਹੋ। ਜਿਹੜੇ ਸਾਡੇ ਰਾਤ ਪਹਿਰੇ ਤੇ ਖੜੇ ਸੀਗੇ, ਚਲੋ ਉਠੋ। ਕਿਹੜਾ ਕਿਹੜਾ ਹਾਜ਼ਰ ਸੀਗਾ? ਉਹ ਮੇਰੇ ਵਰਗੇ। ਯੈਸ ਹਾਜ਼ਰ ਜੀ। ਮਹਾਰਾਜ ਕਹਿੰਦੇ ਚੰਗੇ ਤੁਸੀਂ ਹਾਜ਼ਰ ਸੀਗੇ? ਕਹਿੰਦੇ ਜੀ ਆਪਾਂ ਤਾਂ ਹਾਜ਼ਰ ਖੜੇ ਸੀਗੇ। ਉਹ ਸਿੱਖ ਗਏ ਸੀ ਮਹਾਰਾਜ। ਕਿੱਥੇ ਗਏ ਸੀ? ਤਮਾਸ਼ਾ ਵੇਖਣ। ਜਿਵੇਂ ਅੱਜ ਕੱਲ ਸਾਡੇ ਛੋਟੇ ਹੁੰਦਿਆਂ ਟੀਵੀ ਹੁੰਦਾ, ਹੁਣ ਟੀਵੀਆਂ ਤੋਂ ਵੀ ਗੱਲ ਗਾਂਹ ਟੱਪ ਗਈ ਹੈ। ਫਿਰ ਕੰਪਿਊਟਰ ਆਏ, ਡੈਸਕਟਾਪ, ਉਹਨਾਂ ਤੋਂ ਵੀ ਗੱਲ ਗਾਂਹ ਟੱਪ ਗਈ। ਫਿਰ ਲੈਪਟਾਪ ਆਏ, ਉਹਨਾਂ ਤੋਂ ਵੀ ਗਾਂਹ ਟੱਪ ਗਈ। ਮੋਬਾਈਲ ਫੋਨਾਂ ਦੀ ਅੱਜ ਕੱਲ੍ਹ ਸਭ ਕੁਛ, ਬੱਤੀਆਂ ਬੁਝੀਆਂ ਹੁੰਦੀਆਂ ਨੇ, ਸਾਰੇ ਸੁੱਤੇ ਹੁੰਦੇ ਨੇ। ਤੋ ਮੇਰੇ ਵਰਗੇ ਕੰਧ ਨਾਲ ਢੋਲ ਆ ਕੇ, ਹੈੱਡਫੋਨ ਲਾ ਕੇ ਕੰਨਾਂ 'ਚ ਕਿਸੇ ਨੂੰ ਸੁਣੇ ਵੀ ਨਾ, ਜੋ ਮਰਜ਼ੀ ਵੇਖੀ ਜਾਣ। ਰੰਗ ਤਮਾਸ਼ੇ ਬਹੁ ਵਿਧੀ, ਸਭ ਕੁਛ ਮੋਬਾਈਲ 'ਚ ਆ ਰਿਹਾ। ਹੱਸਣਾ ਨੱਚਣਾ ਗਾਉਣਾ ਸਭ ਕੁਛ ਆ ਰਿਹਾ।
ਪੁਰਾਣੇ ਲੋਕ ਪਹਿਲਾਂ 100 ਯਤਨ ਕਰਕੇ ਕਿਤੇ ਗਲੀ ਬਾਜ਼ਾਰ ਚੌਂਕਾਂ ਦੇ ਵਿੱਚ 7-7 ਪਿੰਡਾਂ ਦੇ ਬੰਦੇ ਗਾਉਣ ਵਾਲੀ ਵੇਖਣ ਜਾਂਦੇ, ਕਿਤੇ ਵਿਆਹ ਸ਼ਾਦੀ ਜਾਂ ਕੁਛ। ਅੱਜ ਕੱਲ੍ਹ ਘਰੋਂ ਘਰ ਤਮਾਸ਼ਾ ਲੱਗ ਰਿਹਾ। ਉਹ ਸਮਾਂ ਸੀਗਾ, ਰਾਸ ਪੈ ਰਹੀ ਸੀਗੀ ਤੇ ਮਹਾਰਾਜ ਵਿਰਾਜਮਾਨ ਹੋ ਗਏ। ਸਿੰਘਾਂ ਸੋਚਿਆ ਵੀ ਗੁਰੂ ਜੀ ਤਾਂ ਸੌਂ ਗਏ ਨੇ, ਕਿਉਂ ਨਾ ਆਪਾਂ ਰਾਸ ਵੇਖ ਆਈਏ। ਅੱਧੇ ਕਹਿਣ ਲੱਗੇ ਨਹੀਂ ਓਏ ਮਹਾਰਾਜ ਨਹੀਂ ਸੌਂਦੇ, ਜੇ ਕਿਤੇ ਉੱਠ ਖਲੋਣਗੇ ਤੇ ਫਿਰ ਆਪਾਂ ਨੂੰ ਨਾ ਵੇਖਿਆ ਵੀ ਝੜਕਣਗੇ, ਸਜ਼ਾ ਦੇਣਗੇ, ਚੁੱਪ ਕਰਕੇ ਬੈਠੇ ਰਹੋ। ਅੱਧਿਆਂ ਦੀ ਸਲਾਹ ਬਣੀ ਕਿ ਗੁਰੂ ਜੀ ਤਾਂ ਸੁੱਤੇ ਪਏ ਨੇ ਤੇ ਚਲੋ ਆਪਾਂ ਦੇਖ ਹੀ ਆਈਏ। ਅੱਧੇ ਜਿਹੜੇ ਸਨ ਉੱਥੇ ਖੜੇ ਰਹੇ, ਜਿਹੜੇ ਤਾਂ ਚਲੇ ਗਏ ਉਹਨਾਂ ਨੇ ਥੋੜਾ ਬਹੁਤਾ ਵੇਖਿਆ, ਸੋਚਿਆ ਉਹ ਮਨਾ ਜੇ ਇਹੀ ਕੁਝ ਵੇਖਣਾ ਸੀ ਵੀ ਆਉਣਾ ਕਾਹਤੋਂ ਸੀ, ਇਹ ਤਾਂ ਐਵੇਂ ਹੀ ਹੈ। ਜਿੰਨੇ ਸੰਗਤ ਦਾ ਕੀਰਤਨ ਸੁਣਿਆ ਹੋਵੇ ਉਹਨੂੰ ਕਿਤੇ ਹੋਰ ਆਨੰਦ ਨਹੀਂ ਆਉਂਦਾ, ਕਿਤੇ ਭੁੱਲ ਭੁਲੇਖੇ ਖੜ ਵੀ ਜਾਏ। ਮੈਂ ਕਈ ਵਾਰ ਆ ਜਿਹੜੀ ਰਾਮਲੀਲਾ ਖੇਡਦੇ ਨੇ ਚ ਖੜੇ ਹੋ ਕੇ ਦੇਖਿਆ, ਉਹ ਕੱਖ ਪਤਾ ਨਹੀਂ ਲੱਗਦਾ, ਐਵੇਂ ਕਾਵਾਂ ਰੌਲੀ ਪਾਈ ਜਾਣਗੇ, ਮੈਨੂੰ ਮਾਫ ਕਰਨਾ, ਨਾ ਕੋਈ ਸੁਰ ਨਾ ਤਾਲ ਮਰ, ਰੌਲਾ ਹੀ ਪਾਈ ਜਾਣਗੇ, ਰੌਲਾ ਹੀ ਪਾਈ ਜਾਣਗੇ। ਕੰਨ ਪਾਟਵੇਂ ਡੀਜੇ ਹੋਣਗੇ ਤੇ ਬੋਲਣ ਦੀ ਜਾਚ ਨਹੀਂ ਹੋਊਗੀ, ਪਤਾ ਨਹੀਂ ਕੀ ਕੁਛ ਬੋਲੀ ਜਾਣਗੇ, ਕੋਈ ਸਮਝ ਆਊਗੀ ਨਹੀਂ। ਘੰਟੇ ਕੇ ਬਾਅਦ ਉਹ ਝਾਕੀ ਜੀ ਦਿਖਾਉਣਗੇ, ਉਹ ਵੀ ਉੱਚੀ ਉੱਚੀ ਬੋਲ ਕੇ ਫਿਰ ਪਰਦੇ ਪਿੱਛੇ ਹੋ ਜਾਣਗੇ। ਉਹ ਬੰਦਾ ਸੋਚਦਾ ਵੀ ਇਹਦੇ ਨੂੰ ਘਰ ਬੰਦਾ ਸੌਂ ਹੀ ਜਾਂਦਾ ਤਾਂ ਚੰਗਾ ਸੀਗਾ, ਘੱਟੋ ਘੱਟ ਸਰੀਰ ਦਾ ਆਰਾਮ ਤਾਂ ਮਿਲਦਾ, ਵਾਧੂ ਦੀ ਸਿਰ ਦਰਦੀ। ਤੋ ਇਸ ਵਾਸਤੇ ਇਹ ਬਸ ਉਹ ਹੀ ਹੈ ਵੇਖਣ ਨੂੰ। ਜਦ ਬੰਦਾ ਵੇਖ ਲੇ ਫਿਰ ਬੇਰਸਾ ਜਿਹਾ ਮਨ ਹੋ ਜਾਂਦਾ, ਹਰੇਕ ਦਾ ਹੀ ਫਿੱਕਾ ਜਿਹਾ ਪੈ ਜਾਂਦਾ, ਬੰਦਾ ਪਛਤਾਉਂਦਾ ਹੈ ਕਿ ਮੈਂ ਟਾਈਮ ਖਰਾਬ ਕੀਤਾ। ਕੋਈ ਵੀ ਔਗਣ ਹੈ, ਕੋਈ ਵੀ ਵਿਕਾਰ ਹੈ, ਬੰਦਾ ਗਲਤੀ ਕਰ ਬੈਠਦਾ ਹੈ ਪਰ ਮੁੜ ਕੇ ਪਛਤਾਉਂਦਾ ਹੈ। ਦੁਨੀਆ 'ਚ ਕੋਈ ਕੰਮ ਐਸਾ ਨਹੀਂ ਜਿਹੜਾ ਕਰਨ ਤੋਂ ਬਾਅਦ ਬੰਦਾ ਪਛਤਾਵੇ ਨਾ। ਹਰੇਕ ਕੰਮ ਕਰਨ ਤੋਂ ਬਾਅਦ ਪਛਤਾਤਾਪ ਕਰਨਾ ਪੈਂਦਾ। ਇੱਕੋ ਕੰਮ ਹੈ ਜਿਸ ਤੋਂ ਬਾਅਦ ਪਛਤਾਈਦਾ ਨਹੀਂ, ਉਹ ਕੰਮ ਹੈ ਕਰ ਇਸਨਾਨ ਸਿਮਰ ਪ੍ਰਭ ਆਪਣਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਠਣਾ ਹੀ ਔਖਾ ਹੈ, ਟੂਟੀ ਥੱਲੇ ਨਲਕੇ ਥੱਲੇ ਜਾਣਾ ਹੀ ਔਖਾ। ਪਹਿਲਾਂ ਤਾਂ ਠੁੱਕ ਠੁੱਕ ਠਾ ਠਾ ਠੁੱਕ ਠੁੱਕ ਠਾ ਠਾ, ਘਰਦਿਆਂ ਨੇ ਗੁੱਸੇ ਹੋਣਾ ਕਿ ਤੁਹਾਨੂੰ ਅੱਧੀ ਰਾਤ ਚੈਨ ਨਹੀਂ ਹੋਇਆ, 2-2:30 ਵਜੇ ਹੀ ਤੁਸੀਂ ਬੇਰਾਮ ਕਰ ਰਹੇ ਹੋ, ਆਪ ਨੂੰ ਵੀ ਗੁਆਂਢੀਆਂ ਨੂੰ ਵੀ। ਨਲਕਾ ਖੜਕਾ ਰਹੇ ਹੋ, ਅੱਜ ਕੱਲ੍ਹ ਰੌਲਾ ਵੀ ਨਹੀਂ ਪੈਂਦਾ, ਕੁੰਡੀ ਲਾਓ ਚੁੱਪ ਕਰਕੇ, ਫੁਹਾਰਾ ਛੱਡੋ। ਟੂਟੀ ਦੀ ਤਾਂ ਫਿਰ ਵੀ ਮਾੜੀ ਮੋਟੀ ਆਵਾਜ਼ ਆਉਂਦੀ ਸੀ, ਜਦ ਬਾਲਟੀ ਟੱਬ ਦੇ ਵਿੱਚ ਪਾਣੀ ਡਿੱਗਦਾ ਤੇ ਆਵਾਜ਼ ਆਉਂਦੀ ਸੀ। ਅੱਜ ਕੱਲ੍ਹ ਫੁਹਾਰੇ ਨਾਲ ਆਵਾਜ਼ ਹੀ ਕੋਈ ਨਹੀਂ, ਆਰਾਮ ਨਾਲ ਆਪਦਾ ਨਹਾ ਧੋ ਕੇ। ਪਰ ਹੁਣ ਜਾਗ ਆਉਣੀ ਔਖੀ ਹੋ ਗਈ। ਕਰੇ ਬੰਦਾ ਕੀ, ਮਾਇਆ ਦਾ ਪ੍ਰਭਾਵ ਇਹੋ ਜਿਹਾ ਪੈ ਗਿਆ, ਜਿੰਨਾ ਸੁੱਖ ਰਹਿਣਾ ਹੋ ਗਿਆ ਉਹਨਾਂ ਚੜ੍ਹਦੀ ਕਲਾ ਹੋ ਗਈ। ਉਹ ਜਿੰਨਾ ਨਾਭਾ ਸਾਹਿਬ ਮੱਛਰ ਲੜਦਾ ਸੀਗਾ, ਉਹ ਨੀਂਦ ਨਹੀਂ ਸੀ ਆਉਂਦੀ, ਉਹਨਾਂ ਸਰੋਵਰ 'ਚ ਬੰਦਾ ਜਲਦੀ ਡੁਬਕੀ ਲਾਉਂਦਾ ਸੀਗਾ। ਅੰਮ੍ਰਿਤ ਵੇਲਾ ਸੰਭਾਲਿਆ ਜਾਂਦਾ। ਤੇ ਜੇ ਹੁਣ ਮੱਛਰ ਤੋਂ ਬਚਾਅ ਹੋਇਆ, ਹੁਣ ਜਾਗਣਾ ਔਖਾ ਹੋ ਗਿਆ। ਇਉਂ ਮਹਾਰਾਜ ਨੇ ਸੱਚਮੁੱਚ ਹੀ ਸਹੀ ਲਿਖਿਆ ਵੀ ਦੁੱਖ ਦਾਰੂ ਸੁਖ ਰੋਗ ਭਇਆ। ਉਹ ਦਿਨ ਮੱਛਰ ਵਾਲੇ ਚੰਗੇ ਹੁੰਦੇ ਸੀਗੇ। ਥੋੜਾ ਬਹੁਤਾ ਬੰਦਾ ਮਾੜਾ ਮੋਟਾ ਆਰਾਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਖਲੋਂਦਾ ਸੀਗਾ। ਤੇ ਇਸ ਵਾਸਤੇ ਇੱਕ ਕੰਮ ਇਹੋ ਜਿਹਾ ਹੈ ਜਿਹੜਾ ਕਰਨਾ ਤਾਂ ਔਖਾ ਹੈ, ਪਰ ਕਰਨ ਤੋਂ ਬਾਅਦ ਮਨ ਪ੍ਰਸੰਨ ਹੋ ਜਾਂਦਾ, ਖੁਸ਼ ਹੋ ਜਾਂਦਾ, ਪਛਤਾਈਦਾ ਨਹੀਂ। ਉਹ ਹੈ ਇਸ਼ਨਾਨ ਕਰਨਾ ਤਾਜ਼ੇ ਪਾਣੀ ਦੇ ਨਾਲ, ਤੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਜਾਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਨਾ, ਜਾਂ ਜਪਜੀ ਸਾਹਿਬ 5 ਬਾਣੀਆਂ ਦਾ ਨਿਤਨੇਮ ਕਰਨਾ। ਇਹੀ ਕੰਮ ਕਰਨ ਤੋਂ ਬਾਅਦ ਲਾਭ ਮਿਲਦਾ ਹੈ। ਉਹ ਜਿਹੜੇ ਤਮਾਸ਼ਾ ਵੇਖਣ ਗਏ ਉਹਨਾਂ ਦਾ ਮਨ ਗੁਰੂ ਜੀ ਦੇ ਚਰਨਾਂ 'ਚ ਰਿਹਾ ਕਿ ਗੁਰੂ ਜੀ ਜੇ ਪਿੱਛੋਂ ਜਾਗ ਪਏ ਤਾਂ ਫਿਰ ਸਾਨੂੰ ਸਜ਼ਾ ਲਾਉਣਗੇ, ਝਿੜਕਣਗੇ।
ਜੇ ਅਸੀਂ ਗੈਰ ਹਾਜ਼ਰ ਹੋਏ, ਗੁਰੂ ਜੀ ਨੂੰ ਪਤਾ ਲੱਗ ਗਿਆ, ਫਿਰ ਕੀ ਬਣੂਗਾ? ਜਿਹੜੇ ਉੱਥੇ ਖੜੇ ਸਨ ਉਹਨਾਂ ਸੋਚਿਆ ਮਨਾ, ਜਿਹੜੇ ਗਏ ਨੇ ਵੇਖੋ ਤਮਾਸ਼ਾ ਵੇਖ ਰਹੇ ਹੋਣਗੇ, ਗੁਰੂ ਜੀ ਕਿਹੜਾ ਜਾਗੇ ਨੇ, ਜੇ ਆਪਾਂ ਵੀ ਚਲੇ ਜਾਂਦੇ ਤੇ ਆਪਾਂ ਵੀ ਤਮਾਸ਼ਾ ਵੇਖ ਆਉਂਦੇ, ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਸੀਗਾ। ਤੇ ਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਦੀਵਾਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਵੀ ਇੱਧਰ ਆਓ ਭਾਈ, ਕੀ ਰਾਤ ਸੋਚਦੇ ਸੀ, ਉਹ ਕੀ ਕਰਦੇ ਸੀ ਤੁਸੀਂ? ਗੁਰੂ ਸਾਹਿਬ ਜੀ ਨੇ ਸਾਰਾ ਬਚਨ ਫਿਰ ਸਮਝਾਇਆ। ਕਹਿੰਦੇ ਜੀ ਅਸੀਂ ਤਾਂ ਹਾਜ਼ਰ ਸੀ। ਮਹਾਰਾਜ ਕਹਿੰਦੇ ਤੁਸੀਂ ਹਾਜ਼ਰ ਨਹੀਂ ਸੀ, ਤੁਹਾਡੀ ਗੈਰ ਹਾਜ਼ਰੀ ਲੱਗ ਗਈ, ਕਿਉਂਕਿ ਤੁਹਾਡਾ ਮਨ ਤਮਾਸ਼ੇ ਵਿੱਚ ਸੀਗਾ। ਉਹ ਜਿਹੜੇ ਡਰਦੇ ਵਿਚਾਰੇ ਹੱਥ ਜੋੜ ਕੇ ਖਲੋ ਗਏ, ਕਹਿੰਦੇ ਮਹਾਰਾਜ ਸਾਨੂੰ ਮਾਫ ਕਰੋ ਜੀ, ਅਸੀਂ ਤੁਹਾਨੂੰ ਬਿਨਾਂ ਪੁੱਛਣ ਨੂੰ ਤਮਾਸ਼ਾ ਵੇਖਣ ਚਲੇ ਗਏ, ਪਰ ਮਹਾਰਾਜ ਸਾਡਾ ਕੋਈ ਦਿਲ ਨਹੀਂ ਉੱਥੇ ਲੱਗਾ, ਸਾਡਾ ਦਿਲ ਤਾਂ ਆਪਦੇ ਚਰਨਾਂ 'ਚ ਰਿਹਾ। ਮਹਾਰਾਜ ਕਹਿੰਦੇ ਹਾਂ ਭਾਈ, ਮਨ ਧੰਦਾ ਬੰਦਾ ਕਰਮ ਕਮਾਏ, ਤੁਸੀਂ ਖੜੇ ਤਾਂ ਸੀ ਪਰ ਤੁਹਾਡਾ ਧਿਆਨ ਸਾਡੇ ਚਰਨਾਂ ਸੀ, ਤੁਸੀਂ ਕੁਛ ਨਹੀਂ ਵੇਖਿਆ, ਵੇਖਦਿਆਂ ਹੋਇਆ ਵੀ ਕੁਛ ਨਹੀਂ ਵੇਖਿਆ, ਤੁਹਾਡੀ ਹਾਜ਼ਰੀ ਲੱਗ ਗਈ। ਇਸ ਵਾਸਤੇ ਕਦੀ ਭੁੱਲ ਕੇ ਵੀ ਨਾਟਕਾਂ ਦੇ ਵਿੱਚ ਤਮਾਸ਼ੇ ਵਿੱਚ ਚਿੱਤ ਨਹੀਂ ਲਾਉਣਾ ਚਾਹੀਦਾ। ਇੱਕ ਵਾਰ ਹਾਸੇ ਦੀ ਗੱਲ ਹੈ, ਸਰਹੰਦ ਦਾ ਮੇਲਾ ਛੋਟੇ ਸਾਹਿਬਜ਼ਾਦਿਆਂ ਦਾ, ਚਾਹੀਦਾ ਤਾਂ ਸੀ ਵੀ ਮਹਾਰਾਜ ਦੀਆਂ ਨੀਹਾਂ ਦੇ ਵਿੱਚ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਚਿਣੇ ਗਏ ਉੱਥੇ ਮੱਥਾ ਟੇਕ ਕੇ ਕੁਝ ਬੈਠ ਕੇ ਜਪਜੀ ਸਾਹਿਬ ਪੜ੍ਹਦੇ, ਤੇ ਅਸੀਂ ਪੰਜਾਂ ਪਿਆਰਿਆਂ 'ਚ ਲੱਗਣ ਵਾਲੇ ਸਿੰਘ ਕਹਿੰਦੇ ਵੀ ਉੱਥੇ ਨਾਟਕ ਖੇਡਿਆ ਜਾਣਾ ਸਾਹਿਬਜ਼ਾਦਿਆਂ ਦਾ, ਚਲੋ ਨਾਟਕ ਵੇਖਣ ਚੱਲੀਏ। ਆਮ ਜਨਤਾ ਦੇ ਨਾਲ ਮੂਰਖਾਂ ਦੀ ਤਰ੍ਹਾਂ ਹੋ ਤੁਰੇ। ਉਹ ਪੁਲਿਸ ਵਾਲਿਆਂ ਉਹ ਜਦ ਧੱਕੇ ਮਾਰੇ, ਇੰਨੀ ਡੰਗ ਭਰਾਈ, ਮੈਂ ਤਾਂ ਮਸਾਂ ਹੀ ਇੱਧਰ ਉੱਧਰ ਹੋ ਕੇ ਬਚਿਆ। ਕੁੱਟ ਕੱਟ ਖਾ ਕੇ ਜਦ ਅੱਗੇ ਨੂੰ ਲੰਘੇ, ਕਿਸੇ ਨੂੰ ਸੀਟ ਮਿਲੀ, ਕੋਈ ਕੱਚਾ ਜਹਾਜ਼ ਦੇ ਕੇ ਖਲੋ ਗਿਆ। ਜਦ ਨਾਟਕ ਸ਼ੁਰੂ ਹੋਇਆ, ਲਾਈਟ ਐਂਡ ਸਾਊਂਡ ਸ਼ੋ, ਜਿੱਥੇ ਲਾਈਟ ਪੈਣੀ ਉੱਥੇ ਨਾਲ ਸਾਊਂਡ ਦੇ ਨਾਲ ਉਹ ਝਾਕੀ ਦੇਖਣੀ, ਤੇ ਉਹ ਦੋ ਕੁ ਝਾਕੀਆਂ ਦਿਖਾਈਆਂ, ਤੀਜੀ ਕੁ ਝਾਕੀ ਉਹ ਨੱਚਣ ਗਾਉਣ ਲੱਗ ਪਏ ਜੀ। ਇੱਕ ਕੋਈ ਰਾਜਾ ਬਣਿਆ, ਉਹ ਸ਼ਰਾਬ ਪੀ ਰਿਹਾ, ਤੇ ਦੂਜੇ ਪਾਸੇ ਨਾਚ ਹੋ ਰਿਹਾ ਬਿਨਾਂ ਕੱਪੜਿਆਂ ਤੋਂ। ਅਸੀਂ ਆਖਿਆ ਵੀ ਇਹ ਕੀ ਬਣ ਗਿਆ, ਨਾ ਤੋਂ ਭੱਜਣ ਜੋਗੇ, ਨਾ ਖਲੋਣ ਜੋਗੇ, ਨਾ ਵੇਖਣ ਜੋਗੇ, ਨਾ ਮਰਨ ਜੋਗੇ, ਨਾ ਠਾਂ ਧਰਤੀ ਰਾਹ ਦੇ, ਨਾ ਤਾਂ ਨੂੰ ਜਾਣ ਜੋਗੇ, ਭੀੜ ਭੜਕਾ ਇਹਨਾਂ ਉੱਥੇ ਲੰਘਦੇ ਘੰਟਾ ਲੱਗ ਜਾਣਾ। ਉਹ ਮਾਰੀ ਦੀਆਂ ਉੱਥੇ ਘੰਟਾ ਬਰਬਾਦ ਕੀਤਾ। ਮਹਾਂਪੁਰਖਾਂ ਨੂੰ ਆ ਕੇ ਆਪਦੀ ਕਰਤੂਤ ਦੱਸੀ। ਮਹਾਂਪੁਰਖ ਬਾਬਾ ਠਾਕੁਰ ਸਿੰਘ ਖਾਲਸਾ ਪਿੰਡਾਂ ਵਾਲੇ ਕਹਿੰਦੇ ਸਿੰਘੋ ਖਾਲਸਾ ਜੀ, ਇਹ ਗਲਤੀ ਤਾਂ ਗਲਤੀ ਹੋਈ ਹੈ, ਆਪਾਂ ਨੂੰ ਇਹੋ ਜਿਹੀਆਂ ਜਗ੍ਹਾ ਤੇ ਜਾਣਾ ਸ਼ੋਭਾ ਨਹੀਂ ਪਾਉਂਦਾ। ਤੁਸੀਂ ਸੇਵਾ ਵਿੱਚ ਲੱਗਣ ਵਾਲੇ ਸਿੰਘ ਹੋ ਤੇ 25 ਪਾਠ ਜਪਜੀ ਸਾਹਿਬ ਦੇ ਕਰਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਮਾਫੀ ਮੰਗਿਓ ਵੀ ਮਹਾਰਾਜ ਅਸੀਂ ਤਮਾਸ਼ਾ ਵੇਖਣ ਚਲੇ ਗਏ। ਹੁਣ ਸਾਨੂੰ ਕੀ ਪਤਾ ਸੀ ਨਾ ਦਾ ਸਾਹਿਬਜ਼ਾਦਿਆਂ ਦਾ, ਪਰ ਦੁਨੀਆ ਨੂੰ ਭਰਮਾਉਣ ਵਾਸਤੇ ਵੇਖੋ ਸ਼ਰਾਬ ਵੀ ਤੇ ਨਾਚ ਵੀ। ਐਜੀਪੀਸੀ ਮੈਂਬਰ ਭਾਈ ਹਰਦੀਪ ਸਿੰਘ ਨੇ ਇੱਕ ਫਿਲਮ ਬਣਾਈ ਹੈ ਅਮਰ ਖਾਲਸਾ। ਇਹਨਾਂ ਦੇ ਬ੍ਰਦਰ ਭਾਈ ਦਲਬੀਰ ਸਿੰਘ ਜੀ, ਜਿਨ੍ਹਾਂ ਦੀ 2 ਫੇਸ ਡਰਾਈ ਕਲੀਨ ਦੀ ਦੁਕਾਨ ਹੈ, ਆਪਾਂ ਕੈਨੇਡਾ ਇਕੱਠੇ ਹੋਏ। ਉੱਥੇ ਟੋਰਾਂਟੋ ਮਿਸੀਸਾਗਾ ਗੁਰਦੁਆਰੇ ਮੈਂ ਹੈੱਡ ਗ੍ਰੰਥੀ ਸੀਗਾ। ਮਹਾਰਾਜ ਦਾ ਸੁਖਾਸਨ ਕੀਤਾ। ਗੁਰੂ ਸਾਹਿਬ ਦੇ ਬਿਲਕੁਲ ਤਖਤ ਸਾਹਿਬ ਦੇ ਅੱਗੇ ਪਰਦਾ ਤਾਣ ਲਿਆ। ਉਹ ਪ੍ਰੋਜੈਕਟਰ ਰਾਹੀਂ ਫਿਲਮ ਸ਼ੁਰੂ ਕਰ ਦਿੱਤੀ ਅਮਰ ਖਾਲਸਾ। ਅੱਗੇ ਵੱਡੀ ਸਾਰੀ ਚਾਦਰ ਵਿਛਾ ਲਈ ਜਿਸ ਤਰ੍ਹਾਂ ਸਾਡੀ ਗੋਲਕ ਪਈ ਹੈ। ਚੰਗਾ ਡਾਲਰਾਂ ਦਾ ਢੇਰ ਲੱਗ ਗਿਆ। ਉਹ 2 ਸੀਨ ਲੰਘੇ, ਤੀਸਰੇ ਸੀਨ ਦੇ ਉਹੀ ਰਾਜੇ ਉਸ ਤਰ੍ਹਾਂ ਦੀ ਸ਼ਰਾਬ, ਉਹੀ ਬੀੜੀ ਪੀਣ। ਤੇ ਮੈਂ ਭਾਈ ਸਾਹਿਬ ਨੂੰ ਆਖਿਆ, ਮੈਂ ਕਿਹਾ ਵੀ ਕੋਈ ਸ਼ਰਮ ਕਰੋ, ਤੁਸੀਂ ਪੈਸੇ ਇਕੱਠੇ ਕਰਨ ਵਾਸਤੇ ਕਿਹੋ ਜਿਹਾ ਕੰਮ ਕਰ ਰਹੇ ਹੋ? ਕਹਿੰਦੇ ਕੀ ਹੋਇਆ? ਮੈਂ ਕਿਹਾ ਤੁਹਾਡੇ ਸਾਹਮਣੇ ਜਿੱਥੇ ਗੁਰੂ ਜੀ ਦੇ ਦਰਸ਼ਨ ਹੋਣੇ ਨੇ, ਸਵੇਰੇ ਮੈਂ ਆਊਂਗਾ ਤੇ ਮੈਨੂੰ ਕੀ ਦਿਖੂਗਾ? ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਨਹੀਂ ਦਿਖਣਾ। ਸੁੱਤੇ ਪਿਆ ਵੀ ਇਹੀ ਫੋਟੋਆਂ ਦਿਖਣੀਆਂ ਨੇ, ਮੱਥਾ ਟੇਕਣ ਲੱਗਿਆ ਇਹੀ ਕੁਝ ਦਿਖਣਾ ਵੀ ਮਹਾਰਾਜ ਦੇ ਅੱਗੇ ਰਾਤ ਨੂੰ ਆ ਕੁਝ ਹੋਇਆ ਸੀਗਾ।
ਗੁਰੂ ਸਾਹਿਬ ਦੇ ਪ੍ਰਕਾਸ਼ ਵਾਲਾ ਸਥਾਨ ਹੈ। ਤੇ ਵੇਖੋ ਸ਼ੋਅ ਕਿਹੜਾ ਚੱਲ ਰਿਹਾ, ਉਹ ਰਾਜਾ ਨਾਲੇ ਸ਼ਰਾਬ ਪੀ ਨੇ ਨਾਲ ਬੀੜੀ ਪੀ ਰਿਹਾ ਕਿ ਕੰਜਰੀ ਨੱਚ ਰਹੀ ਹੈ। ਵੀ ਘੱਟੋ ਘੱਟ ਇਹੋ ਜਿਹੇ ਸ਼ੋਅ ਤਾਂ ਕੱਟ ਦਿਓ। ਕਹਿੰਦੇ ਬਥੇਰੇ ਕੱਟੇ ਨੇ, ਧਿਆਨ 'ਚ ਨਹੀਂ ਆਇਆ, ਸ਼ਾਇਦ ਕੱਟਿਆ ਨਹੀਂ ਗਿਆ। ਗੱਲ ਤੇਰੀ ਸਹੀ ਹੈ। ਉਸ ਤੋਂ ਬਾਅਦ ਉਹਨਾਂ ਉਹ ਵਿੱਚੋਂ ਸ਼ੋਅ ਕੱਟੇ। ਮਤਲਬ ਕੋਈ ਨਾਟਕ ਹੈ, ਕੋਈ ਫਿਲਮ ਹੈ, ਭਾਵੇਂ ਉਹ ਅਮਰ ਖਾਲਸਾ ਤੇ ਭਾਵੇਂ ਉਹ ਸਰਬੰਸਦਾਨੀ ਤੇ ਭਾਵੇਂ ਉਹ ਸਾਹਿਬਜ਼ਾਦਿਆਂ ਦੀ ਆ ਤੇ ਸਾਧ ਸੰਗਤ ਜੋ ਹੈ ਤਾਂ ਨਾਟਕ ਤੇ ਫਿਲਮ ਹੀ ਥੋੜਾ ਬਹੁਤਾ ਵਿੱਚ ਰਲਾ ਗੋਬਲਾ ਉਹ ਪਾ ਹੀ ਦਿੰਦੇ ਨੇ। ਅੱਜ ਕੱਲ੍ਹ ਨਵਾਂ ਹੀ ਸਟੰਟ ਚੱਲਿਆ, 2.5 ਕਰੋੜ ਦੀ ਪਤਾ ਨਹੀਂ ਸ਼੍ਰੋਮਣੀ ਕਮੇਟੀ ਨੇ ਖਰੀਦੀ ਹੈ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸ਼੍ਰੋਮਣੀ ਕਮੇਟੀ ਦੇ ਇਸ ਕੰਮ ਤੇ ਕਿੰਤੂ ਪਰੰਤੂ ਕਰਿਆ ਕਰਦੇ। ਕਹਿੰਦੇ ਜੇ ਫਿਲਮਾਂ ਵਿਖਾਉਣ ਦੇ ਨਾਲ SGPC ਫਿਲਮ ਦਿਖਾ ਕੇ ਧਰਮ ਪ੍ਰਚਾਰ ਕਰਦੀ ਹੈ। ਕਹਿੰਦੇ ਜੇ ਇਸ ਤਰ੍ਹਾਂ ਧਰਮ ਪ੍ਰਚਾਰ ਹੁੰਦਾ ਇਹ ਸਿਨੇਮੇ ਘਰ ਏਡੇ ਏਡੇ ਵੱਡੇ ਗੁਰਦੁਆਰੇ ਦੀਵਾਨ ਹਾਲ ਬਣਾਉਣ ਦੀ ਲੋੜ ਹੀ ਨਹੀਂ, ਵੀ ਸਿਨੇਮੇ ਘਰਾਂ 'ਚ ਹੀ ਪ੍ਰਚਾਰ ਹੋ ਜਾਂਦਾ। ਪ੍ਰਚਾਰ ਜਿਹੜਾ ਧਰਮ ਦਾ ਸਿਨੇਮੇ ਘਰਾਂ 'ਚ ਨਹੀਂ ਹੁੰਦਾ। ਫਿਲਮ ਭਾਵੇਂ ਧਾਰਮਿਕ ਵੀ ਹੋਵੇ ਪਰ ਉਹ 'ਚ ਸੀਨ ਜਿਹੜੇ ਨੇ ਉਲਟੇ ਸਿੱਧੇ ਹੁੰਦੇ ਨੇ। ਉਹ ਅੱਜ ਕੱਲ੍ਹ ਨਵੀਂ ਫਿਲਮ ਛੋਟੇ ਸਾਹਿਬਜ਼ਾਦੇ ਤੇ ਵੱਡੇ ਚਾਰ ਸਾਹਿਬਜ਼ਾਦੇ ਫਿਲਮ ਕਿਹੜੀ ਬਣੀ, ਐਨੀਮੇਸ਼ਨ ਯਾਨੀ ਕਿ ਕਾਰਟੂਨ। ਸਾਡੇ ਸਾਹਿਬਜ਼ਾਦੇ ਕੋਈ ਕਾਰਟੂਨ ਥੋੜ੍ਹਾ ਸੀਗਾ। ਮੈਨੂੰ ਤਾਂ ਵੇਖ ਕੇ ਉਹੀ ਹੋਰ ਤਰ੍ਹਾਂ ਲੱਗਦਾ ਵੀ ਵੇਖੋ ਸਾਹਿਬਜ਼ਾਦਿਆਂ ਦਾ ਮਖੌਲ ਬਣਾ ਦਿੱਤਾ। ਅਖਬਾਰਾਂ ਵਾਲੇ ਜਿਹਨੂੰ ਮਖੌਲ ਕਰਨਾ ਹੋਵੇ ਸਾਡੇ ਮੰਤਰੀਆਂ ਸ਼ੰਤਰੀਆਂ ਦੇ, ਇੱਕ ਰਾਸ਼ਟਰਪਤੀ ਦਾ ਕਾਰਟੂਨ ਨਹੀਂ ਉਹ ਬਣਾ ਸਕਦੇ, ਬਾਕੀ ਸਭ ਨੂੰ ਦਗੜ ਦੀ ਮਗੜ ਦੀ। ਜਿਹਦਾ ਕਾਰਟੂਨ ਬਣਾਤਾ ਸਮਝ ਲਓ ਮਖੌਲਬਾਜੀ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਐਨੀਮੇਟਡ ਸ਼ੋਅ ਕਰ ਦਿੱਤਾ। ਉਹ ਮੂਰਤੀ ਜਿਹੀ ਬੋਲਦੀ ਵੀ ਹੈ ਤੇ ਵੇਖਦੀ ਵੀ ਹੈ। ਗੁਰੂ ਘਰ ਦੇ ਵਿੱਚ ਮੂਰਤੀ ਪੂਜਾ ਜਾਂ ਸ਼ੋਅ ਮੇਲਾ ਕਰਨਾ, ਨਾਟਕ ਖੇਡਣਾ ਬਿਲਕੁਲ ਮਨਾਹੀ ਹੈ। ਸਿੱਧੇ ਸਾਦੀ ਮਹਾਰਾਜ ਦੀ ਬਾਣੀ ਤੇ ਸਿੱਧੇ ਸਾਦੇ ਹੋ ਕੇ ਅੰਮ੍ਰਿਤ ਛਕੋ ਤੇ ਨਿਤਨੇਮ ਕਰੋ ਆਪਦਾ। ਮਾਰੇ ਗਿਆ ਨਾਟਕ ਚੇਟਕ ਕੀ ਕੋ ਕਾਜਾ। ਆ ਕਾਰਟੂਨਾਂ ਵਾਲੀਆਂ ਫਿਲਮਾਂ ਵੀ ਕੋਈ ਪ੍ਰਚਾਰ ਵਾਲੀ ਗੱਲ ਨਹੀਂ। ਜੇ ਪ੍ਰਚਾਰ ਹੁੰਦਾ ਕਿੰਨੀ ਲੋਕ ਜਨਤਾ 'ਚ ਇਕੱਠੀ ਹੁੰਦੀ ਗੁਰਦੁਆਰਿਆਂ 'ਚ, ਅੰਮ੍ਰਿਤ ਕਿਉਂ ਨਹੀਂ ਛਕਦੇ? ਲੋਕ ਤਾਂ ਫਨ ਕਰਦੇ ਨੇ। ਉਹ ਜਿਸ ਤਰ੍ਹਾਂ ਪਿਕਨਿਕ ਮਨਾਉਣ ਗਏ ਹੋਣ, ਹੇਮਕੁੰਡ ਵੀ ਕੋਈ ਮਹਾਰਾਜ ਦਾ ਧਿਆਨ ਧਾਰ ਕੇ ਥੋੜ੍ਹੀ ਜਾਂਦਾ। ਅੱਜ ਕੱਲ੍ਹ ਦੀਆਂ ਯਾਤਰਾ ਕੋਈ ਮਾਤਾ ਦੇ ਚਲਾ ਗਿਆ ਤੇ ਕੋਈ ਹੇਮਕੁੰਡ, ਉਹ ਪਹਾੜਾਂ ਦੀ ਯਾਤਰਾ ਹੀ ਸਮਝਦੇ ਨੇ ਵੀ ਚਲੋ ਸਨੋ ਦੇਖਾਂਗੇ। ਗੁਰੂ ਦਾ ਪ੍ਰੇਮ ਨਹੀਂ ਹੈ। ਜੇ ਗੁਰਦੁਆਰੇ ਫਿਲਮ ਦੇਖੀ ਵੀ ਹੈ ਤੇ ਸਾਹਿਬਜ਼ਾਦਿਆਂ ਦੇ ਵਿੱਚ ਚਿੱਤ ਨਹੀਂ ਜੁੜਦਾ। ਕਦੀ ਸਿੱਖਿਆ ਨਹੀਂ ਲੈਣੀ ਵੀ ਸਾਹਿਬਜ਼ਾਦਿਆਂ ਆਪਦਾ ਸੀਸ ਦੇ ਦਿੱਤਾ, ਨੀਹਾਂ 'ਚ ਚਿਣਵਾ ਦਿੱਤਾ, ਪਰ ਉਹਨਾਂ ਸਿੱਖੀ ਨਹੀਂ ਤਿਆਗੀ। ਦਾੜੀ ਕੇਸ ਰੱਖਣ ਦੀ ਸਿੱਖਿਆ ਨਹੀਂ ਲੈਣੀ, ਪਰ ਫਿਲਮ ਵੇਖੀ ਹੱਸ ਖੇਡ ਕੇ ਗਾਂਗੇ। ਉਹ ਬਾਬੇ ਤਾਰੂ ਸੋ ਤੋਂ ਵੀ ਸਿੱਖਿਆ ਲੈਣੀ ਬਣਦੀ ਹੈ। ਕਿੰਨਾ ਕੁ ਪ੍ਰਚਾਰ ਹੋ ਰਿਹਾ। ਪ੍ਰਚਾਰ ਹੋਵੇ ਤਾਂ ਅਸੀਂ ਕੇਸ ਦਾੜੀਆਂ ਸਾਬਤ ਰੱਖੀਏ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਜਿਹੜੇ ਜਗਿਆਸੂ ਨੇ ਤੇ ਜਗਿਆਸੂ ਬੀਬੀਆਂ ਨੇ, ਉਹਨਾਂ ਦਾ ਦਿਲ ਦਾ ਤਾਤਪਰਜ ਗੁਰੂ ਜੀ ਦੇ ਨਾਲ ਜੁੜਿਆ ਹੁੰਦਾ ਹੈ। ਮਨ ਉਹਨਾਂ ਦਾ ਮਹਾਰਾਜ ਦੇ ਚਰਨਾਂ ਦੇ ਵਿੱਚ ਹੁੰਦਾ। ਤੁਰੇ ਫਿਰਦੇ ਜਿੱਥੇ ਮਰਜੀ ਹੋਣ। ਭਾਉ ਕਾਰਨ ਰੇ। ਇਹ ਅਧਿਕਾਰੀ ਜਨਾਂ ਦਾ ਹਿਰਦਾ ਗੁਰਾਂ ਨਾਲ ਮਿਲਿਆ ਹੋਇਆ ਇਹੀ ਕਾਰਨ ਹੈ ਜੋ ਬਿਰਤੀ ਰੂਪ ਕਮੀਆਂ ਖੇਡਾਉਂਦੀਆਂ ਹਨ। ਅੰਮ੍ਰਿਤ ਖੰਡ ਦੂਧ ਮਦ ਸੰਚਸ। ਸਾਧ ਸੰਗਤ ਜੀਓ, ਬ੍ਰਹਮਾਨੰਦ ਰੂਪੀ ਅੰਮ੍ਰਿਤ ਤੇ ਗਿਆਨ ਜਾਂ ਉਪਦੇਸ਼ ਰੂਪੀ ਅੰਮ੍ਰਿਤ ਜਾਂ ਨਾਮ ਰੂਪੀ ਅੰਮ੍ਰਿਤ ਤੇ ਭਗਤੀ ਰੂਪ ਖੰਡ ਤੇ ਨਿਸ਼ਕਾਮ ਕਰਮਾਂ ਰੂਪੀ ਦੁੱਧ, ਸ਼ਹਿਦ ਦੀ ਤਰ੍ਹਾਂ ਮਿੱਠੇ ਪ੍ਰੇਮ ਰੂਪ ਜਿਹੜੇ ਬਚਨ ਹਨ। ਆਪਣਾ ਤੂਬ ਨਾ ਚਾਤੁਰ ਰੇ। ਜੇਕਰ ਤੂੰਬੇ ਦੀ ਵੇਲ ਵੱਤ ਮਨਮੁਖ ਦੇ ਹਿਰਦੇ ਰੂਪੀ ਜੜ ਵਿੱਚ ਇਹ ਬ੍ਰਹਮਾਨੰਦ ਰੂਪੀ ਅੰਮ੍ਰਿਤ, ਗਿਆਨ ਉਪਦੇਸ਼ ਰੂਪੀ ਅੰਮ੍ਰਿਤ, ਨਾਮ ਦਾ ਅੰਮ੍ਰਿਤ, ਭਗਤੀ ਦੀ ਖੰਡ, ਨਿਸ਼ਕਾਮ ਕਰਮਾਂ ਦਾ ਦੁੱਧ, ਸ਼ਹਿਦ ਦੀ ਤਰ੍ਹਾਂ ਮਿੱਠੇ ਪ੍ਰੇਮ ਰੂਪੀ ਬਚਨ ਵੀ ਸਿੰਜਣਾ ਕਰੀਏ ਤਾਂ ਵੀ ਜਿਹੜਾ ਮਨਮੁਖ ਦਾ ਸੁਭਾਅ ਤੂੰਬੇ ਵੇਲ ਕੌੜੇ ਦੀ ਤਰ੍ਹਾਂ ਮਿੱਠਾ ਨਹੀਂ ਹੋ ਸਕਦਾ। ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ, ਮਨਮੁਖ ਵਸੈ ਤਿਸ ਜਿਸ ਤੂੰ ਚੇਤਨਾ ਹੋਵੇ। ਗੱਜ ਕੇ ਕੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ।
ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਇਹ ਵੀ ਸੁਗੰਧ ਨਾ। ਸੋ ਇੱਕ ਕੋਈ ਤੀਰਥ ਯਾਤਰੀ ਕਬੀਰ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ, ਚਲੋ ਕਬੀਰ ਜੀ ਤੁਹਾਨੂੰ ਤੀਰਥ ਯਾਤਰਾ ਕਰਾਈਏ, 68 ਤੀਰਥਾਂ ਦੇ ਇਸ਼ਨਾਨ। ਕਬੀਰ ਜੀ ਕਹਿਣ ਲੱਗੇ, ਮੇਰੀ ਤੁੰਬੀ ਨੂੰ ਕਰਾ ਲਿਆ ਤੇ ਮੇਰੇ ਕੋਲ ਤਾਂ ਮੈਂ ਗਰੀਬ ਹਾਂ, ਮੈਂ ਕਾਰੋਬਾਰ ਕਰਨਾ ਹੋਇਆ, ਬੱਚੇ ਪਾਲਣੇ ਹੋਏ, ਸਮਾਂ ਨਹੀਂ ਹੈ, ਤੁੰਬੀ ਨਵਾ ਲਿਆ। ਉਹਨੇ 68 ਤੀਰਥਾਂ ਦੇ ਕਹਿੰਦਾ ਕੋਈ ਗੱਲ ਨਹੀਂ, ਜਿਹਦੇ ਮੈਂ ਆਪ ਨਾ ਉੱਥੇ ਇਹਨੂੰ ਵੀ ਇਸ਼ਨਾਨ ਕਰਾ ਲਵਾਂ। 68 ਤੀਰਥਾਂ ਦੇ ਇਸ਼ਨਾਨ ਕਰਦੇ ਜਿੱਥੇ ਆਪ ਟੋਭਾ ਲਾਉਣਾ ਉੱਥੇ ਤੁੰਬੀ ਨੂੰ ਲਵਾ ਦੇਣਾ। ਤੇ ਮੁੜ ਕੇ ਫਿਰ ਦੁਬਾਰ ਤੋਂ ਇਸ਼ਨਾਨ ਕਰਨ ਤੋਂ ਬਾਅਦ ਜਦ ਕਬੀਰ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ ਵੀ ਲਓ ਕਬੀਰ ਜੀ, ਤੁਹਾਡੀ ਤੁੰਬੀ ਨੂੰ ਮੈਂ 68 ਤੀਰਥਾਂ ਦਾ ਇਸ਼ਨਾਨ ਕਰਵਾ ਲਿਆਂਦਾ ਹੈ। ਕਹਿੰਦੇ ਲਿਆਓ ਭਾਈ। ਜਿਸ ਵਕਤ ਤੁੰਬੀ ਉਹਨੇ ਦਿੱਤੀ ਤਾਂ ਕਬੀਰ ਸਾਹਿਬ ਜੀ ਨੇ ਉਹਨੂੰ ਕੱਟ ਕੇ ਵੱਢ ਕੇ ਚੰਗੀ ਤਰ੍ਹਾਂ ਸਵਾਰ ਕੇ ਵਿੱਚ ਲੂਣ ਮਿਰਚ ਮਸਾਲਾ ਆਦਿ ਪਾ ਕੇ ਜਿਸ ਤਰ੍ਹਾਂ ਸਬਜ਼ੀ ਬਣਾਈ ਦੀ ਹੈ ਉਹਦੀ ਸਬਜ਼ੀ ਬਣਾ ਕੇ ਕਹਿੰਦੇ ਆਓ ਮਹਾਤਮਾ ਜੀ ਤੁਹਾਡੀ ਸੇਵਾ ਕਰੀਏ। ਤੇ ਪ੍ਰਸ਼ਾਦ ਪਾਣੀ ਪਰੋਸ ਕੇ ਉਹਨਾਂ ਨੂੰ ਦਿੱਤਾ, ਨਾਲ ਉਹ ਤੁੰਬੀ ਦੀ ਸਬਜ਼ੀ। ਜਦ ਉਹਨੇ ਬੁਰਕੀ ਲਾਈ ਤੇ ਥੂ ਥੂ ਕੌੜੀ ਕੌੜੀ ਕਹਿ ਕੇ ਥੁੱਕਦਾ ਹੋਇਆ ਬਾਹਰ ਨੂੰ ਚਲਾ ਗਿਆ, ਪਾਣੀ ਦਾਣੀ ਨਾਲ ਚੁਲੀਆਂ ਕਰ ਕਰਕੇ ਬੜੀ ਮੁਸ਼ਕਿਲ ਵਾਪਸ ਆਇਆ। ਕਹਿੰਦੇ ਕਬੀਰ ਜੀ ਚੰਗੇ ਤੁਸੀਂ ਸੰਤ ਹੋ, ਚੰਗੇ ਮਹਾਤਮਾ ਹੋ, ਤੁਸੀਂ ਸਾਧੂਆਂ ਸੰਤਾਂ ਨਾਲ ਮਖੌਲ ਕਰਦੇ ਹੋ। ਤੇ ਕਹਿੰਦੇ ਕੀ ਹੋਇਆ? ਕਹਿੰਦੇ ਮਹਾਰਾਜਾ ਇੰਨੀ ਕੌੜੀ ਜ਼ਹਿਰ ਵਰਗੀ ਸਬਜ਼ੀ ਤੁਸੀਂ ਖਵਾਈ। ਕਹਿੰਦੇ ਉਹੀ ਤਾਂ ਹੈ ਜਿਹਨੂੰ 68 ਤੀਰਥਾਂ ਦਾ ਤੁਸੀਂ ਇਸ਼ਨਾਨ ਕਰਵਾਇਆ। ਤੁਸੀਂ ਦੱਸੋ ਜੇ ਇਹ ਤੁੰਬੀ 68 ਤੀਰਥਾਂ ਦੇ ਨਹਾ ਕੇ ਮਿੱਠੀ ਨਹੀਂ ਹੋਈ, ਕੌੜੀ ਦੀ ਕੌੜੀ ਰਹੀ ਹੈ, ਤੇ ਜੇ ਬੰਦੇ ਦਾ ਮਨ ਹੀ ਨਹੀਂ ਮਰਿਆ, ਸੁਭਾਅ ਹੀ ਨਹੀਂ ਮਰਿਆ, ਫਿਰ ਨਹਾਉਣ ਦਾ ਕੀ ਫਾਇਦਾ? ਨਾ ਮਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਤੀ ਨਾਤਿਆ ਦੋਏ ਪਾ ਚੜੀ ਅਸਹੋਰ, ਬਾਹਰ ਧੋਤੀ ਤੂੰ ਮੜੀ ਅੰਦਰ ਵੇਸਨ ਕੋਰ, ਸਾਧ ਪਲੇ ਅਨਨਾਤਿਆ ਚੋਰ ਸੇ ਚੋਰਾ ਚੋਰ, ਇਉਂ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂੰ ਬਣਾ ਚਾਤੁਰ। ਤੁੰਬੇ ਦੀ ਤਰ੍ਹਾਂ ਸਾਡਾ ਮਨਮੁਖਾਂ ਦਾ ਸੁਭਾਅ ਹੈ, ਇਹ ਕਦੀ ਮਿੱਠਾ ਨਹੀਂ ਹੁੰਦਾ। ਜਿੰਨਾ ਮਰਜੀ ਇਹਨਾਂ ਨੂੰ ਅੰਮ੍ਰਿਤ ਪਿਆਈ ਜਾਓ, ਜਿੰਨੀ ਮਰਜੀ ਜਲੇਬੀਆਂ ਲੱਡੂ ਖਵਾਈ ਜਾਓ, ਕੌੜੇ ਦੇ ਕੌੜੇ ਅੱਗ ਬਗੋਲੇ। ਉਹ ਜਿਸ ਤਰ੍ਹਾਂ ਬਿਜਲੀ ਦਾ ਕਰੰਟ ਵੱਜਦਾ, ਹੱਥ ਲਾਇਆ ਤਾਰ 240 ਵੋਲਟ ਲਾਗੇ ਨਹੀਂ ਲੱਗਣ ਦਿੰਦੇ। ਜਿੰਨਾ ਮਰਜੀ ਦੁੱਧ ਪਿਆਓ, ਸੱਪ ਦੀ ਤਰ੍ਹਾਂ ਜ਼ਹਿਰ ਹੀ ਉਗਲਸ਼ਣੀ ਹੈ। ਜਿੰਨਾ ਮਰਜੀ ਸ਼ਹਿਦ ਸਿੰਝੋ, ਸੁਭਾਅ ਕੌੜੇ ਦਾ ਕੌੜਾ ਹੀ। ਜੇ ਸੁਭਾਅ ਹੀ ਨਹੀਂ ਬਦਲਿਆ ਦੱਸੋ ਫਿਰ ਕੀ ਫਾਇਦਾ ਹੋਇਆ? ਤੀਰਥਾਂ ਦੇ ਭਾਵੇਂ ਘਰ ਬਣਾ ਕੇ ਰਹਿ ਪਏ, ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ, ਸੁਭਾਅ ਨੂੰ ਚੇਂਜ ਕਰੀਏ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁਟੀ, ਨਿਫਲ ਪਈ ਸਭ ਸੇਵਾ। ਯਾਤਰਾ ਤਾਂ ਕੀਤੀ ਨਹੀਂ। ਉਹ ਕੋਈ ਸੰਤ ਭਗਤ ਸਨ, ਸਾਧ ਸੰਗਤ ਜੀਓ ਯਾਤਰਾ ਕਰਨ ਗਏ ਤੇ ਸੋਚਿਆ ਵੀ ਇੱਥੇ ਮੂਰਤੀਆਂ ਸਸਤੀਆਂ ਮਿਲ ਰਹੀਆਂ ਨੇ, ਸੋਨੇ ਦੀਆਂ ਮੂਰਤੀਆਂ, ਤੇ ਚਲੋ ਮੂਰਤੀ ਲੈ ਚੱਲੀਏ। ਮੂਰਤੀ ਖਰੀਦ ਲਈ। ਜਿੱਥੇ ਅੰਮ੍ਰਿਤਸਰ ਆਪਾਂ ਇਸ਼ਨਾਨ ਕਰਨ ਜਾਈਏ, ਪਾਪੜ ਬੜੀਆਂ ਵਾਲੇ ਬਾਜ਼ਾਰ 'ਚ ਵੜ ਜਾਈਦਾ, ਮਾਈ ਸੇਵਾ ਵੀ ਚਲੋ ਕੋਈ ਪਾਊਡਰ ਕਰੀਮ ਹੀ ਲੈ ਲਈਏ। ਇਉਂ ਸਾਡਾ ਸੁਭਾਅ ਹੈ ਸ਼ੋਪਿੰਗ ਕਰਨ ਦਾ। ਜਾਈਦਾ ਸਾਹਿਬਜ਼ਾਦਿਆਂ ਦੇ ਨਗਰ ਕੀਰਤਨ ਦੇ ਤੇ ਵੇਖੀ ਦੀ ਸਰਕਸ ਹੈ, ਵੇਖੀ ਦੇ ਨਾਟਕ ਨੇ, ਟੀਵੀ ਦਾ ਉਹ ਜੂਸ, ਇੱਧਰ ਉੱਧਰ ਲਈ ਦੇ ਝੂਟੇ ਨੇ। ਸਾਹਿਬਜ਼ਾਦਿਆਂ ਦੇ ਚਰਨਾਂ 'ਚ ਬੈਠ ਕੇ ਜਪਜੀ ਸਾਹਿਬ ਦਾ ਪਾਠ ਜਾਂ ਰਹਿ ਰਸ ਦਾ ਪਾਠ ਜਾਂ ਆਰਤੀ ਦਾ ਕੀਰਤਨ ਸੁਣਨ ਦੀ ਬਜਾਏ ਬਾਜ਼ਾਰ 'ਚ ਘੁੰਮ ਕੇ ਟਾਈਮ ਗੁਜ਼ਾਰ ਦੇਈਦਾ। ਤੋ ਐਸਾ ਸੁਭਾਅ ਹੈ। ਪਿੱਛੋਂ ਅਕਾਲ ਪੁਰਖ ਪਰਮਾਤਮਾ ਮਹਾਤਮਾ ਦਾ ਰੂਪ ਧਾਰ ਕੇ ਆਏ। ਆ ਕੇ ਪੁੱਛਿਆ, ਕਹਿੰਦੇ ਭਗਤ ਜੀ ਕਿੱਥੇ ਗਏ ਨੇ? ਕਹਿੰਦੇ ਉਹ ਯਾਤਰਾ ਕਰਨ ਗਏ ਨੇ। ਮਹਾਰਾਜ ਕਹਿਣ ਲੱਗੇ ਯਾਤਰਾ ਨਹੀਂ ਕਰਨ ਗਏ,
ਉਹ ਵਪਾਰ ਕਰਨ ਗਏ ਨੇ, ਸ਼ਾਪਿੰਗ ਕਰਨ ਗਏ ਨੇ। ਜਦੋਂ ਭਗਤ ਜੀ ਵਾਪਸ ਆਏ, ਪੁੱਛਿਆ ਭਗਤਨੀ ਨੂੰ, ਸੇਵਕਾਂ ਨੂੰ, ਕੋਈ ਪਿੱਛੋਂ ਆਇਆ ਤਾਂ ਨਹੀਂ ਸੀ? ਕਹਿੰਦੇ ਕਿ ਮਹਾਤਮਾ ਆਏ ਸੀ। ਉਹਨਾਂ ਨੇ ਪੁੱਛਿਆ, ਜਦ ਅਸੀਂ ਦੱਸਿਆ ਤਾਂ ਉਹ ਕਹਿੰਦੇ ਨਹੀਂ, ਯਾਤਰਾ ਨਹੀਂ ਕਰਨ ਗਏ, ਵਪਾਰ ਕਰਨ ਗਏ ਨੇ, ਸ਼ਾਪਿੰਗ ਕਰਨ ਗਏ ਨੇ, ਚੀਜ਼ਾਂ ਖਰੀਦਣ ਗਏ ਨੇ। ਤੇ ਕਹਿੰਦੇ ਉਹ ਇਹ ਤਾਂ ਗਲਤੀ ਹੋ ਗਈ, ਮੈਨੂੰ ਮੂਰਤੀ ਨਹੀਂ ਸੀ ਲਿਆਉਣੀ ਚਾਹੀਦੀ, ਉਹ ਤਾਂ ਵਾਹਿਗੁਰੂ ਭਗਵਾਨ ਹੀ ਸਨ। ਫਿਰ ਕਹਿੰਦੇ ਹੁਣ ਇਹਨੂੰ ਵਾਪਸ ਕਰਕੇ ਆਈਏ। ਫਿਰ ਉਹਨੂੰ ਵਾਪਸ ਕਰਨ ਚਲੇ ਗਏ। ਪਿੱਛੋਂ ਫਿਰ ਭਗਵਾਨ ਆਏ, ਕਹਿੰਦੇ ਭਗਤ ਜੀ ਕਿੱਥੇ ਗਏ? ਕਹਿੰਦੇ ਯਾਤਰਾ ਕਰਨ ਗਏ ਨੇ। ਕਹਿੰਦੇ ਨਹੀਂ, ਕਹਿਣ ਦੀਆਂ ਗੱਲਾਂ ਨੇ, ਉਹ ਤਾਂ ਸੌਦਾ ਜਿਹੜਾ ਲੈ ਕੇ ਆਏ ਸੀ ਸਸਤਾ ਜਾਣ ਕੇ, ਉਹ ਸੌਦਾ ਵਾਪਸ ਕਰਨ ਗਏ ਨੇ। ਫਿਰ ਭਗਤ ਜੀ ਨੇ ਆ ਕੇ ਪੁੱਛਿਆ, ਕਹਿੰਦੇ ਉਹ ਇਹ ਵੀ ਗਲਤੀ ਹੋ ਗਈ। ਫਿਰ ਤੀਸਰੀ ਵਾਰ ਸ਼ੁੱਧ ਭਾਵਨਾ ਦੇ ਨਾਲ ਗਏ, ਕੇਵਲ ਭਗਵਾਨ ਦੇ ਚਰਨਾਂ ਦਾ ਫੇਰੇ। ਫਿਰ ਤੀਸਰੀ ਵਾਰ ਕਹਿੰਦੇ ਹਾਂ ਹੁਣ ਯਾਤਰਾ ਕਰਨ ਗਏ ਨੇ। ਤੇ ਇਸ ਵਾਸਤੇ ਮਹਾਰਾਜ ਕਥਨ ਕਰਦੇ ਹਨ, ਬਨ ਚਾਤੁਰ ਰੇ। ਇਹ ਭਾਈ ਜਿਵੇਂ ਬਨ ਬਾਂਦਰ ਚਾਤੁਰ ਚਲਾਕ ਹੁੰਦਾ, ਇਉਂ ਗੁਰਦੁਆਰੇ ਵੀ ਆ ਕੇ ਤੂੰ ਚੁਸਤ ਚਲਾਕੀਆਂ ਕਰ ਰਿਹਾ, ਬਾਂਦਰ ਦੀ ਤਰ੍ਹਾਂ ਡੁਬੋਸਨੀਆਂ, ਚੰਚਲ ਸੁਭਾਅ। ਜਿਵੇਂ ਬਾਣੀ ਬਨ ਪਾਣੀ ਵਿੱਚ ਡੱਡੂ ਟਪੂਸਣੀਆਂ ਲਾਉਂਦਾ ਤੇ ਆਪਣੇ ਆਪ ਨੂੰ ਬੜਾ ਚਤੁਰ ਤੇ ਬੜਾ ਸਿਆਣਾ ਮੰਨਦਾ, ਪਰ ਹੁੰਦਾ ਤਾਂ ਡੱਡੂ ਹੀ ਹੈ। ਉਹ ਡੱਡੂ ਨੇ ਹੱਸਦੇ ਨਹੀਂ ਨਾ ਬਣ ਜਾਣਾ, ਤੇ ਟਪੂਸਣੀਆਂ ਮਾਰ ਕੇ ਇਹਦੇ ਵੀ ਦਰਿਆ ਪਾਰ ਕਰ ਜਾਓ ਸਮੁੰਦਰ, ਰਹਿਣਾ ਤਾਂ ਚਿੱਕੜ 'ਚ ਹੀ ਹੈ। ਇਉਂ ਹੈ ਭਾਈ ਤੂੰ ਪਦਾਰਥਾਂ ਨੂੰ ਪਾਣੀ 'ਚ ਵਿਸ਼ੇ ਵਿਕਾਰਾਂ ਦੇ ਟਪੂਸਣੀਆਂ ਮਾਰਿਆ ਵੀ ਮੈਂ ਬਹੁਤ ਵੱਡਾ ਪਤਾ ਨਹੀਂ ਕਿੰਨਾ ਕੁਝ ਪ੍ਰਾਪਤ ਕਰ ਲਿਆ, ਇਹ ਤਾਂ ਡੱਡੂ ਹੀ ਹੈ, ਚਤੁਰ ਬਣਿਆ ਰਹਿੰਦਾ। ਤੋ ਡੱਡੂ ਦੀ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਚੱਕੜ 'ਚ ਪਦਾਰਥਾਂ ਦੇ ਪਾਣੀ ਦੇ ਵਿੱਚ ਖੁਸ਼ੀਆਂ ਮੇਲੇ ਮਨਾ ਰਿਹਾ ਹੈ, ਜਿਵੇਂ ਬਹੁਤ ਵੱਡਾ ਪਹਾੜ ਪ੍ਰਾਪਤ ਹੋ ਗਿਆ ਹੋਵੇ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਤੂੰ ਚਤੁਰ ਚੁਸਤ ਚਲਾਕ ਨਾ ਬਣ, ਸਹਿ ਸਿਆਣ ਬਣਾ ਮਿਲੇ ਮੇਰੀ ਜਿੰਦੜੀਏ, ਗੁਰਮੁਖ ਨਾਮ ਬੋਲੇ ਰਾਮ। ਆਪਨਾ ਆਪ ਤੂੰ ਕਬਹੂ ਨਾ ਛੋੜਸ। ਇੰਨਾ ਪਾਠ ਕੀਤਾ, ਇੰਨੀ ਪੂਜਾ ਕੀਤੀ, ਇੰਨਾ ਕੁਛ ਕੀਤਾ, ਸੁਭਾਅ ਤਾਂ ਛੱਡਿਆ ਹੀ ਨਹੀਂ, ਆਪਣਾ ਆਪ ਹੰਕਾਰ ਤਾਂ ਕਦੇ ਛੱਡਦਾ ਹੀ ਨਹੀਂ ਇਨਸਾਨ। ਕਿਸਨ ਪ੍ਰੀਤ ਜਿਉ ਰੇ। ਸੁਭਾਅ ਤਾਂ ਚਿੱਚੜ ਵਰਗਾ, ਜਿਵੇਂ ਚਿੱਚੜ ਦੀ ਲਹੂ ਪੀਣ 'ਚ ਪ੍ਰੀਤੀ ਹੈ, ਇਉਂ ਇਹ ਮਨਮੁਖ ਜੀਵ ਹੈ। ਤੇਰੀ ਪ੍ਰੀਤੀ ਚੁਗਲੀ ਕਰਨ ਦੇ ਵਿੱਚ ਹੈ, ਕਾਮ ਦੇ ਵਿੱਚ ਹੈ, ਕ੍ਰੋਧ ਦੇ ਵਿੱਚ ਹੈ, ਪਰਾਈ ਨਿੰਦਿਆ ਕਰਨ ਦੇ ਵਿੱਚ ਹੈ, ਚੁਗਲੀਆਂ ਦੇ ਵਿੱਚ ਹੈ, ਤਾਂ ਨਾਮ ਦਾ ਅੰਮ੍ਰਿਤ ਤਾਂ ਪੀਤਾ ਹੀ ਨਹੀਂ। ਝੋਲ ਮਹਾਰਸਰ ਅੰਮ੍ਰਿਤ ਪੀਜੈ, ਇਹ ਜਾਲੇ ਨੂੰ ਪਰੇ ਕਰਕੇ ਨਾਮ ਅੰਮ੍ਰਿਤ ਛਕਣਾ ਚਾਹੀਦਾ ਸੀ। ਨੌ ਨਿੰਦੀ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ। ਕਿਹੜਾ ਵੀ ਮਿਲੇ ਸਾਨੂੰ ਇੱਕ ਦੂਜੇ ਨੂੰ, ਜਦ ਆਪਾਂ ਹੱਥ ਮਿਲਾਉਂਦੇ ਆ, ਕਿੰਨੇ ਪੈਸੇ ਤੈਨੂੰ ਬਣਦੇ ਨੇ, ਕਿੰਨੇ ਕੁ ਮਹੀਨੇ ਦੇ ਬਣ ਗਏ, ਤੇ ਕਿਵੇਂ ਦਾ ਉੱਥੇ ਪ੍ਰੋਗਰਾਮ ਰਿਹਾ, ਇਹੀ ਗੱਲਾਂ ਹੁੰਦੀਆਂ ਨੇ। ਕਦੀ ਕਿਸੇ ਨੇ ਪੁੱਛਿਆ ਵੀ ਨਿਤਨੇਮ ਕਿੰਨਾ ਕੀਤਾ, ਕਮਾਈ ਕਿੰਨੀ ਹੈ, ਮਹਾਰਾਜ ਦਾ ਸਵਾਸ ਸਿਮਰਨ ਹੁੰਦਾ ਕਿ ਨਹੀਂ ਹੁੰਦਾ, ਕਿੰਨਾ ਕੁ ਸਮਾਂ ਸੇਵਾ ਹੋਈ ਹੈ, ਬਿਲਕੁਲ ਨਹੀਂ। ਅਵਸਥਾ ਬਾਰੇ ਤਾਂ ਕੋਈ ਜ਼ਿਕਰ ਹੀ ਨਹੀਂ ਹੁੰਦਾ। ਤਾਂ ਇਸ ਵਾਸਤੇ ਇਹ ਸੁਭਾਅ ਹੈ ਚਿਚੜਾ ਮਲ, ਮਾਇਆ ਦੀ ਪ੍ਰੀਤੀ, ਪਦਾਰਥਾਂ ਦੀ ਪ੍ਰੀਤੀ, ਵਿਕਾਰਾਂ ਦੀ ਪ੍ਰੀਤੀ, ਨਿੰਦਿਆ ਚੁਗਲੀ ਈਰਖਾ ਦਵੈਸ਼, ਇਹਦੀ ਪ੍ਰੀਤੀ ਅਸਾਂ ਨੇ ਤਿਆਗੀ ਨਹੀਂ ਹੈ। ਪੰਡਿਤ ਸੰਗ ਬਸਾ ਜਨ ਮੂਰਖ। ਮੂਰਖ ਬੇਸਮਝ ਪੁਰਖ ਭਾਵੇਂ ਜਿੰਨਾ ਚਿਰ ਮਰਜੀ ਪੰਡਿਤ ਵਿਦਵਾਨਾਂ ਦੀ ਸੰਗਤ ਵਿੱਚ ਵਸਦਾ ਰਹੇ। ਆਗਮ ਸਾਸ ਸੁਨੇ। ਅਤੇ ਆਗਮ 6 ਸ਼ਾਸਤਰਾਂ ਦੀ ਆਗਿਆ ਵੀ ਸੁਣ ਲਏ, ਜਾਂ ਆਗਮ ਵੇਦ ਸ਼ਾਸਤਰਾਂ ਨੂੰ ਵੀ ਭਾਵੇਂ ਸੁਣ ਲਏ, ਰੋਜ਼ ਕਥਾ ਸੁਣਦਾ ਰਹੇ। ਆਪਣਾ ਆਪ ਤੂੰ ਕਬਹੂ ਨਾ ਛੋੜਸ। ਇਹ ਜੀਵ ਆਪਣਾ ਹੰਕਾਰ ਤਾਂ ਤੂੰ ਕਦੇ ਛੱਡਿਆ ਹੀ ਨਹੀਂ ਹੈ। ਸਵਾਨ ਪੂਛ ਜਿਉ ਰੇ। ਜਿਵੇਂ ਕੁੱਤੇ ਦੀ ਪੂਛ 12 ਸਾਲ ਮੰਜਲੀ 'ਚ ਪਾ ਕੇ ਰੱਖੀ ਸੀ ਕਿਸੇ ਮਹਾਤਮਾ ਨੇ ਵੀ ਇਹ ਸਿੱਧੀ ਹੋ ਜਾਏ, 12 ਸਾਲਾਂ ਬਾਅਦ ਕੱਢੀ, ਉਸੇ ਤਰ੍ਹਾਂ ਕੁੱਤੇ ਨੇ ਆਪ ਦੀ ਪੂਛ 3 ਵੱਲ ਪਾ ਲਿਆ। ਇਸੇ ਤਰ੍ਹਾਂ ਇਹ ਜੀਵ ਤੂੰ ਆਪਣਾ ਹੰਕਾਰ ਕਦੇ ਵੀ ਨਹੀਂ ਛੱਡਦਾ, ਸਗੋਂ ਕੁੱਤੇ ਦੀ ਪੂਛ ਵਾਂਗ ਭੇਖ ਰੂਪੀ ਮੰਜਲੀ 'ਚ ਆਪਣੇ ਆਪ ਨੂੰ ਪਾਇਆ ਵੀ ਹੈ। 12 ਸਾਲ ਹੋ ਗਏ, 15 20 ਸਾਲ 25 ਸਾਲ ਵੀ ਹੋ ਗਏ,
ਸਾਧੂਆਂ ਵਾਲਾ ਲਿਬਾਸ ਪਹਿਨ ਕੇ ਭੇਖੀ ਬਣਿਆ, ਪਰ ਫਿਰ ਵੀ ਤੂੰ ਕੁੱਤੇ ਦੀ ਪੂਛ ਵਾਂਗ 3 ਗੁਣਾਂ ਦਾ ਵਲ ਝਾਟੀ ਪਾ ਲੈਣਾ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਜਾਂ ਈਰਖਾ, ਵੈਰ, ਵਿਰੋਧ, ਨਿੰਦਿਆ, ਚੁਗਲੀ, ਇਹਨਾਂ ਔਗੁਣਾਂ ਨੂੰ ਤੋਂ ਤਿਆਗਦਾ ਨਹੀਂ ਹੈ। ਇਕ ਪਾਖੰਡੀ ਨਾਮ ਨ ਰਚਹਿ। ਇੱਕ ਪਖੰਡ ਕਰਨ ਵਾਲੇ ਪੁਰਖ ਉੱਕਾ ਹੀ ਨਾਮ ਦੇ ਵਿੱਚ ਰਚਦੇ ਨਹੀਂ। ਉਹਨਾਂ ਸਹੁੰ ਹੀ ਪਾਈ ਹੋਈ ਹੈ ਵੀ ਜੋ ਮਰਜ਼ੀ ਹੋ ਜਾਏ, ਗੁਟਕਾ ਤਾਂ ਫੜਨਾ ਹੀ ਨਹੀਂ। ਜਪਜੀ ਸਾਹਿਬ ਦਾ ਪਾਠ ਜਾਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨਾ, ਸੇਵਾ ਨਹੀਂ ਕਰਨੀ, ਉੱਕਾ ਭਜਨ ਬੰਦਗੀ ਦੀ ਇੱਕ ਮਾਲਾ ਵੀ ਨਹੀਂ ਫੇਰਨੀ ਹੈ। ਗੱਲਾਂ ਹੀ ਕਰੀ ਜਾਣੀਆਂ ਨੇ, ਨਾ ਆਪ ਕੁਛ ਕਰਨਾ ਨਾ ਦੂਜੇ ਨੂੰ ਕਰਨ ਦੇਣਾ। ਹਰ ਹਰ ਚਰਣੀ ਰੇ। ਉਹ ਵੀ ਰੱਬ ਦੀ ਰਚਨਾ ਹੈ ਤੇ ਇਹ ਵੀ ਰੱਬ ਦੀ ਰਚਨਾ। ਪਖੰਡੀ ਵੀ ਰੱਬ ਨੇ ਬਣਾਏ ਨੇ, ਇੱਕ ਇਹੋ ਜਿਹੇ ਗੁਰਮੁਖ ਬਣਾ ਦਿੱਤੇ ਨੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਦੀ ਓਟ ਵਿੱਚ ਹਰ ਵਕਤ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰਨ ਵਿੱਚ ਜੁੜੇ ਰਹਿੰਦੇ ਹਨ। ਚੜ੍ਹਦੀ ਕਲਾ ਵਾਲਾ ਜੀਵਨ ਹੈ ਉਹਨਾਂ ਦਾ। ਪੂਰਵ ਲਿਖਿਆ ਪਾਵ ਨਾਨਕ। ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਇਹ ਭਾਈ ਬੰਦੇ ਦਾ ਕੋਈ ਕਸੂਰ ਨਹੀਂ ਹੈ, ਪੂਰਬਲੇ ਲਿਖੇ ਕਰਮਾਂ ਦੇ ਲੇਖਾ ਅਨੁਸਾਰ ਹੀ ਅੰਤਰਜਾਮੀ ਦੇ ਸਰੂਪ ਨੂੰ ਪਾਉਣਾ ਕਰੀਦਾ ਹੈ। ਰਸਨਾ ਨਾਮ ਜਪ ਰੇ। ਇਸ ਲਈ ਸਭ ਪਦਾਰਥਾਂ ਦੀ ਇੱਛਾ ਛੱਡ ਕੇ ਰਸਨਾ ਜ਼ਬਾਨ ਦੇ ਨਾਲ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਪਰਮੇਸ਼ਰ ਦਾ ਨਾਮ ਜਪਿਆ ਕਰ। ਇਹ ਗੁਰਮੁਖ ਸਤਿਗੁਰਾਂ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਉਪਦੇਸ਼ ਸੁਣ ਕੇ ਸਾਲਸਰਾਏ ਜੌਹਰੀ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਕਿ ਜਿਵੇਂ ਤੁਸੀਂ ਮੇਰੇ ਅਧਰਕੇ ਸੇਵਕ ਦੀ ਲੇਵ ਲਾ ਦਿੱਤੀ ਹੈ, ਹੁਣ ਮੇਰੇ ਤੇ ਵੀ ਕਿਰਪਾ ਕਰੋ। ਮੇਰਾ ਸੇਵਕ ਪਹਿਲਾਂ ਆਪ ਜੀ ਦੀ ਸ਼ਰਨ ਵਿੱਚ ਆਇਆ ਸੀ, ਇਸ ਕਰਕੇ ਉਹਦੀ ਲੇਵ ਪਹਿਲਾਂ ਲੱਗੀ ਹੈ। ਮੈਂ ਮਗਰੋਂ ਤੁਹਾਡੀ ਸ਼ਰਨ 'ਚ ਆਇਆ, ਇਸ ਲਈ ਮੇਰੀ ਹੁਣ ਲਿਵ ਲਾ ਦਿਓ। ਤਾਂ ਉਸ ਵਕਤ ਸਾਲਸਰਾਏ ਨੂੰ ਸਤਿਗੁਰਾਂ ਨੇ ਮੁਕਤ ਰੂਪ ਕਰ ਦਿੱਤਾ ਤੇ ਇਸ ਦੇ ਨਾਲੋਂ ਜ਼ਿਆਦਾ ਭਾਵਨਾ ਅਧਰਕੇ ਵਿੱਚ ਸੀ। ਸਤਿਗੁਰਾਂ ਨੇ ਸੰਗਤਾਂ ਦੇ ਉਧਾਰ ਲਈ ਪਹਿਲਾਂ ਮੰਜੀ ਉਹਨੂੰ ਦੇਣੀ ਸੀ, ਪਰ ਸਾਲਸਰਾਏ ਦੀ ਉਮਰ ਥੋੜ੍ਹੀ ਵੇਖ ਕੇ ਸਤਿਗੁਰੂ ਜੀ ਨੇ ਆਖਿਆ ਕਿ ਗੁਰਮੁਖਾ, ਪਹਿਲਾਂ ਮੰਜੀ ਤੇਰੇ ਸੇਵਕ ਨੂੰ ਦੇਣੀ ਸੀਗੀ, ਪਰ ਤੈਨੂੰ ਮਾਲਕ ਜਾਣ ਕੇ ਤੇਰਾ ਸਤਿਕਾਰ ਰੱਖਦੇ ਹਾਂ, ਨਾਲੇ ਤੇਰੀ ਉਮਰ ਥੋੜ੍ਹੀ ਹੈ, ਅਸੀਂ ਤੈਨੂੰ ਮੰਜੀ ਬਖਸ਼ਦੇ ਹਾਂ ਤੇ ਨਾਲ ਹੀ ਹੁਕਮ ਕਰਦੇ ਹਾਂ ਇਸ ਮੰਜੀ ਤੇ ਤੇਰੀ ਸੰਤਾਨ ਜੋ ਕੋਈ ਵੀ ਨਹੀਂ ਬੈਠੇਗਾ। ਜਿਸ ਤਰ੍ਹਾਂ ਅੱਜ ਕੱਲ੍ਹ ਦੇ ਬਾਬਿਆਂ ਨੇ ਸਾਰੇ ਆਪਦੇ ਮੁੰਡਿਆਂ ਨੂੰ ਪ੍ਰਧਾਨ ਬਣਾਇਆ ਹੋਇਆ, ਇਹ ਮੰਜੀ ਤੇ ਤੇਰੇ ਤੋਂ ਪਿੱਛੋਂ ਤੇਰਾ ਸੇਵਕ ਅਧਰਕਾ ਬੈਠੇਗਾ। ਯੋਗਤਾ ਵਾਲੇ ਨੂੰ ਮੰਜੀ ਦੇਣੀ ਬਣਦੀ ਹੈ। ਸਾਲਸਰਾਏ ਨੇ ਸਤਿਗੁਰਾਂ ਕੇ ਸੀਸ ਝੁਕਾ ਕੇ ਗੁਰਾਂ ਦਾ ਹੁਕਮ ਪ੍ਰਮਾਣ ਕਰ ਲਿਆ ਜੀ ਕਿ ਮੈਂ ਪਰਿਵਾਰ ਨੂੰ ਨਹੀਂ ਮੰਜੀ ਦਿਆਂਗਾ, ਆਪਦੇ ਹੁਕਮ ਮੁਤਾਬਕ ਸੇਵਕ ਨੂੰ ਦਿਆਂਗਾ। ਇਉਂ ਸਤਿਗੁਰਾਂ ਨੇ ਸਾਲਸਰਾਏ ਜੌਹਰੀ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਤੇ ਉਹਦੀ ਬੇਨਤੀ ਮੰਨ ਕੇ ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਹੁਣ ਦਾ ਅਸੀਂ ਜਾਣਾ ਹੈ, 10ਵੇਂ ਸਰੂਪ ਦੇ ਵਿੱਚ ਆਪਦਾ ਅਵਤਾਰ ਹੀ ਇੱਥੇ ਪ੍ਰਗਟ ਕਰਾਂਗੇ, ਫਿਰ ਇੱਥੇ ਕਾਫੀ ਲੰਬਾ ਸਮਾਂ ਰਹਾਂਗੇ। ਇਉਂ ਮਹਾਰਾਜ ਦੀ ਕਿਰਪਾ ਹੋਈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਇਹ ਪਾਵਨ ਸ਼ਬਦ ਦੀ ਕਥਾ ਪਹਿਲਾਂ ਵੀ ਬੇਨਤੀ ਕੀਤੀ ਵੀ ਇਹਦੇ ਤੇ ਮਹਾਰਾਜ ਨੇ ਮੇਰੇ ਤੇ ਬਖਸ਼ਿਸ਼ ਕੀਤੀ ਸੀਗੀ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸਿੰਘਾਂ ਦੇ ਵਿੱਚ ਇਹ ਪਾਵਨ ਸ਼ਬਦ ਦੀ ਕਥਾ ਹੋਈ। ਉਹ ਤੋਂ ਅੱਗੇ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ। ਲੜੀਵਾਰ ਕਥਾ ਮਹਾਰਾਜ ਨੇ ਕਿਰਪਾ ਕੀਤੀ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਇਕ ਪਾਖੰਡੀ ਨਾਮ ਨ ਰਚਹਿ। ਇਕ ਹਰ ਹਰ ਚਰਣੀ ਰੇ। ਪੂਰਵ ਲਿਖਿਆ ਪਾਵ ਨਾਨਕ। ਰਸਨਾ ਨਾਮ ਜਪ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤ